कैन यू इमेजिन कि कोई इंसान 250-300 की डेली हेरोइन ਖਾਂਦਾ ਹੈ ਉਹਦਾ ਕਿੰਨਾ ਕੁ ਕਮਾਉਂਦਾ ਹੋਊਗਾ ਇੱਕ ਦਿਨ 'ਚ ਲੈਟਸ ਜਸਟ ਡੂ ਦ ਮੈਥ ਹੁਣ ਆਪਾਂ ਉਸ ਗੱਲ ਤੇ ਹੁੰਨੇ ਆ Sat Shri Akal, welcome back to the Cha Shack. I'm your host, Harsimran, with Mohabbat here today. Sat Shri Akal. Asi podcast again start kiti sigi, basically to bring more light to issues in the Punjabi community. And this is our first episode. That's our pehla episode, yeah. And aaj sade naal ek bahut hi khas guest hai, who's also my sister, Dr. Sandhu, who is a family doctor apne Winnipeg shahar de vich. ਤੇ ਡਾਕਟਰ ਸੰਧੂ ਸਪੈਸ਼ਲਾਈਜ਼ ਕਰਦੇ ਆ ਆਪਣੇ ਐਡਿਕਸ਼ਨ ਮੈਡੀਸਿਨ ਦੇ ਵਿੱਚ ਅਤੇ ਪਿਛਲੇ ਆਲਮੋਸਟ 8 ਸਾਲ ਤੋਂ ਇਹ ਕੰਮ ਕਰਨ ਰਹੇ ਆ ਸੋ ਵੈਲਕਮ ਡਾਕਟਰ ਸੰਧੂ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐਂਡ ਅਸੀਂ ਇਹਦੇ ਬਾਰੇ ਅਸੀਂ ਆਲਮੋਸਟ we're going to be doing about 2 or 3 episodes on addictions medicine, right? So Dr. Sandhu, ਤੁਹਾਡਾ ਪਿਛਲੇ 8 ਸਾਲ ਤੋਂ ਤੁਹਾਡਾ ਕਿੱਦਾਂ ਐਕਸਪੀਰੀਅੰਸ ਰਿਹਾ ਆਪਣੇ ਮੈਡੀਸਿਨ ਦੇ ਵਿੱਚ ਇਨ ਵਿਨਿਪੈਗ ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕੀਤਾ ਸੀ ਵਿਦ ਫੈਮਿਲੀ ਮੈਡੀਸਿਨ ਸੋ ਮੇਰੀ ਟ੍ਰੇਨਿੰਗ ਇਜ਼ ਇਨ ਫੈਮਿਲੀ ਮੈਡੀਸਿਨ ਸੋ ਉਹਦੇ ਵਿੱਚੋਂ ਕੀ ਨਿਕਲਿਆ ਕਿ ਜਿਸ ਤਰ੍ਹਾਂ ਪੰਜਾਬੀ ਕਮਿਊਨਿਟੀ ਗਰੋ ਹੁੰਦੀ ਗਈ ਸੋ 2015 'ਚ ਮੈਂ ਅਮਰੀਕਾ ਤੋਂ ਵਾਪਸੀ ਕੀਤੀ ਬਾਈ 2016-17 ਆਪਾਂ ਇਸ ਕੰਮ 'ਚ ਪੈ ਗਏ ਸੀ ਬਿਕਾਜ਼ ਇਹਦੇ ਇੱਕ ਤਾਂ ਵਿਨੀਪੈਗ 'ਚ ਗਰੋਥ ਬਹੁਤ ਹੋਈ ਆ ਪੰਜਾਬੀ ਕਮਿਊਨਿਟੀ ਦੀ ਸੋ ਤਰ੍ਹਾਂ ਦੀਆਂ ਵਜ੍ਹਾ ਕਰਕੇ ਇਮੀਗ੍ਰੇਸ਼ਨ ਵਟਐਵਰ ਕਾਫੀ ਲੋਕ ਇੱਧਰ ਸ਼ਿਫਟ ਹੋਏ ਨੇ ਉਸ ਸ਼ਿਫਟ ਦੇ ਨਾਲ ਹੀ ਆਪਾਂ ਦੇਖਿਆ ਕਿ ਲੋਕਾਂ ਦੀਆਂ ਹੈਲਥ ਕੰਸਰਨਸ ਕੀ ਨੇ ਸੋ ਉਹਨਾਂ ਹੈਲਥ ਕੰਸਰਨਸ ਨੂੰ ਲੈ ਕੇ ਜਦੋਂ ਜ਼ਿਆਦਾ ਸਾਡੇ ਕੋਲ ਸਬਸਟੈਂਸ ਯੂਜ਼ ਐਡਿਕਸ਼ਨ ਵਾਲੇ ਪੇਸ਼ੈਂਟ ਆਉਣ ਲੱਗ ਪਏ ਦੈਨ ਆਪਾਂ ਨੂੰ ਰੀਅਲਾਈਜ਼ ਹੋਇਆ ਕਿ ਆਪਾਂ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਸੋ ਵਟ ਹੈਪਨਡ ਇਜ਼ ਕਿ ਮੇਰੀ ਸਰਟੀਫਿਕੇਸ਼ਨ ਐਕਚੁਅਲੀ ਇਸ ਚੀਜ਼ ਤੋਂ ਸਟਾਰਟ ਕੀਤੀ ਸੀ ਇਨ ਪੰਜਾਬ ਸੋ 2013 'ਚ ਆਪਾਂ ਜਦੋਂ ਪੰਜਾਬ 'ਚ ਐਡਿਕਸ਼ਨ ਦਾ ਕੰਮ ਸਟਾਰਟ ਕੀਤਾ ਸੀ ਉੱਥੇ ਤਾਂ ਚਲੋ ਆਪਾਂ ਨੂੰ ਪਤਾ ਹੈ ਕਿ ਸਬਸਟੈਂਸ ਯੂਜ਼ ਪ੍ਰੋਬਲਮ ਹੈਗੀ ਆ ਬਟ ਜਦੋਂ ਆਪਾਂ ਇੱਥੇ ਵਾਪਸੀ ਆਏ ਹਾਂ ਟੂ ਕੰਟੀਨਿਊ ਮੈਡੀਕਲ ਪ੍ਰੈਕਟਿਸ ਫਿਰ ਆਪਾਂ ਆਪਣੀ ਸਾਰੀਆਂ ਸਰਟੀਫਿਕੇਸ਼ਨਸ ਕੋਰਸਿਸ ਲੋਕਲੀ ਕੀਤੇ ਸੋ ਕਿ ਆਪਾਂ ਇੱਥੇ ਐਡਿਕਸ਼ਨ ਦੀ ਪ੍ਰੈਕਟਿਸ ਕਰ ਸਕੀਏ ਅਤੇ ਉਸ ਚੀਜ਼ ਦੇ ਨਾਲ ਜਿਸ ਤਰ੍ਹਾਂ ਆਪਾਂ ਕਮਿਊਨਿਟੀ 'ਚ ਗੱਲ ਫੈਲ ਜਾਂਦੀ ਆਪਾਂ ਕਹਿ ਸਕਦੇ ਹਾਂ ਉਹਦੇ ਨਾਲ ਹੀ ਪੇਸ਼ੈਂਟਸ ਦਾ ਆਉਣਾ ਸਟਾਰਟ ਹੋ ਗਿਆ ਸੋ ਹੋਇਆ ਕੀ ਹੈ ਕਿ ਜਦੋਂ ਕੋਵਿਡ ਆਇਆ ਆ ਪੈਂਡੈਮਿਕ ਆਇਆ ਜੇ ਆਪਾਂ ਇਸ ਗੱਲ ਨੂੰ ਥੋੜ੍ਹਾ ਜਿਹਾ ਹੁਣ ਅੱਗੇ ਲੈ ਕੇ ਜਾਂਦੇ ਹਾਂ ਕੋਵਿਡ 'ਚ ਕੀ ਹੋਇਆ ਕਿ ਲੋਕੀ ਪਿੱਛੇ ਨਹੀਂ ਸੀ ਜਾ ਸਕਦੇ ਵਾਪਸ ਇੰਡੀਆ ਵਟਐਵਰ ਸੋ ਉਹਨਾਂ ਦੀ ਜਿਹੜੀ ਨਸ਼ੇ ਦੀ ਸਪਲਾਈ ਸੀ ਜਾਂ ਫਿਰ ਨਸ਼ੇ ਦੇ ਇਲਾਜ ਤੋਂ ਸਪਲਾਈ ਸੀ ਉਹ ਬੰਦ ਹੋ ਗਈ ਸੋ ਉਹਦੇ ਵਿੱਚ ਜਿਹੜਾ ਇਨਫਲਕਸ ਪੇਸ਼ੈਂਟਸ ਦਾ ਸਾਨੂੰ ਆਇਆ ਸੀ ਨਾ ਇਟ ਵਾਜ਼ ਕ੍ਰੇਜ਼ੀ ਸੋ ਇੱਕ ਤੁਸੀਂ ਦੇਖ ਰਹੇ ਆ ਕਿ ਲੋਕਾਂ ਨੂੰ ਨਸ਼ੇ ਜਾਂ ਦਵਾਈ ਪਿੱਛੋਂ ਮਿਲ ਨਹੀਂ ਰਹੀ ਐਂਡ ਉਹਦੇ ਨਾਲ ਦੇ ਨਾਲ ਤੁਸੀਂ ਦੇਖ ਰਹੇ ਆ ਕਿ ਕੋਵਿਡ 'ਚ ਲੋਕੀ ਇੱਕ ਹਿਸਾਬ ਦੇ ਆਈਸੋਲੇਟ ਹੋ ਗਏ ਹੈ ਨਾ ਅਤੇ ਉਹਨਾਂ ਦੋਨਾਂ ਚੀਜ਼ਾਂ ਨੂੰ ਲੈ ਕੇ ਐਡਿਕਸ਼ਨ ਆਪਣੇ ਸਬਸਟੈਂਸ ਯੂਜ਼ ਜੋ ਤਰ੍ਹਾਂ ਦੇ ਨਸ਼ਿਆਂ ਤੋਂ ਬਹੁਤ ਜ਼ਿਆਦਾ ਐਸਕਲੇਸ਼ਨ ਹੋ ਗਈ ਇਸ ਚੀਜ਼ ਦੀ ਸੋ ਹੁਣ ਜਿਹੜੇ ਆਪਾਂ ਨਸ਼ੇ ਅੱਜ ਕੱਲ੍ਹ ਦੇਖ ਰਹੇ ਆ ਖਾਸ ਕਰ ਸਾਡੇ ਪੰਜਾਬੀ ਆਪਾਂ ਕਹਿ ਸਕਦੇ ਹਾਂ ਜ਼ਿਆਦਾ ਨੌਜਵਾਨ ਮੁੰਡਿਆਂ 'ਚ ਹੀ ਦੇਖ ਰਹੇ ਹਾਂ ਖੈਰ ਉਹਦੇ 'ਚ ਕੁਛ ਫੀਮੇਲ ਪੇਸ਼ੈਂਟਸ ਨੇ ਬਟ ਮੈਜੋਰਟੀ ਇਜ਼ ਮੇਲ ਸੋ ਉਹਦੇ ਵਿੱਚ ਨਸ਼ਿਆਂ ਦੀ ਲਿਸਟ ਬਹੁਤ ਲੰਮੀ ਆ ਬਟ ਦੇਰ ਇਜ਼ ਅ ਲੋਟ ਆਫ ਡਿਫਰੈਂਟ ਸਬਸਟੈਂਸਿਸ ਜਿਹੜੇ ਮੁੰਡੇ ਸਾਡੇ ਕੋਲ ਖਾ ਪੀ ਕੇ ਆਉਂਦੇ ਨੇ ਅਤੇ ਉਹਦੇ ਵਿੱਚ ਮਿਲਾਵਟ ਬਹੁਤ ਆ ਸੋ ਫਿਰ ਇਹ ਜਦੋਂ ਆਪਾਂ ਇਸ ਟੈਂਜਨ 'ਤੇ ਚੱਲ ਜਾਂਦੇ ਹਾਂ ਫਿਰ ਉਹ ਮਿਲਾਵਟ ਜਿਹੜੀ ਆ ਉਹ ਇਨਸਾਨਾਂ ਨੂੰ ਹੋਰ ਨਸ਼ਿਆਂ 'ਤੇ ਲਾ ਦਿੰਦੀ ਆ ਜਾਂਦੇ ਉਹ ਇੱਕ ਨਸ਼ੇ ਵਾਸਤੇ ਆ ਮਿਲਦੇ ਉਹਨਾਂ ਨੂੰ ਉਹਦੇ ਵਿੱਚ 3-4 ਨੇ ਕਦੇ 10-12 ਨਸ਼ਿਆਂ ਤੱਕ ਵੀ ਆਪਾਂ ਜਾਂਦੇ ਹਾਂ ਸੋ ਜਦੋਂ ਆਪਾਂ ਇੰਨੇ ਨਸ਼ਿਆਂ ਦਾ ਆਪਣੇ ਵੱਲੋਂ ਤਾਂ ਆਪਾਂ ਫੀਮ ਖਾ ਰਹੇ ਹਾਂ ਬਟ ਉਸ ਚੀਜ਼ ਦੇ ਵਿੱਚ ਕੀ ਆ ਉਹ ਤਾਂ ਸਾਡੇ ਕੋਲ ਆਣ ਕੇ ਇਹਨਾਂ ਨੂੰ ਪਤਾ ਲੱਗਦਾ ਅਤੇ ਫਿਰ ਉੱਥੋਂ ਗੱਲ ਵੱਧਦੀ ਆ ਬਿਕਾਜ਼ ਉਹ ਇੱਕ ਨਸ਼ੇ ਦੇ ਚੱਕਰ 'ਚ ਵੱਧ ਨਸ਼ਿਆਂ 'ਤੇ ਲੱਗ ਜਾਂਦੇ ਆ ਹੈ ਨਾ ਫਿਰ ਉਹ ਇਲਾਜ ਹੋਰ ਕੰਪਲੈਕਸ ਹੋ ਜਾਂਦਾ ਹੈ ਨਾ ਫਿਰ ਆਪਾਂ ਮਲਟੀਪਲ ਚੀਜ਼ਾਂ ਦਾ ਜਿਵੇਂ ਤੁਸੀਂ ਡਾਇਬੀਟੀਜ਼ ਦੇ ਪੇਸ਼ੈਂਟ ਨਾਲ ਸ਼ੂਗਰ ਦੇ ਪੇਸ਼ੈਂਟ ਦੇ ਨਾਲ ਬਲੱਡ ਪ੍ਰੈਸ਼ਰ ਦਾ ਇਲਾਜ ਕਰੋਗੇ ਥਾਇਰੋਇਡ ਦਾ ਇਲਾਜ ਕਰੋਗੇ ਸੇਮ ਥਿੰਗ ਐਡਿਕਸ਼ਨ ਦੇ ਨਾਲ ਆ ਤੁਸੀਂ ਤਰ੍ਹਾਂ ਦੇ ਨਸ਼ਿਆਂ ਦਾ ਫਿਰ ਵੱਖਰਾ ਇਲਾਜ ਕਰੋਗੇ ਹੈ ਨਾ ਤੁਹਾਡੇ ਐਕਸਪੀਰੀਅੰਸ ਦੇ ਵਿੱਚ ਇਹ ਸਟਾਰਟ ਕਿਦੋਂ ਹੁੰਦਾ ਆ ਜਿੱਦਾਂ ਤੁਹਾਡੇ ਜਿਹੜੇ ਪੇਸ਼ੈਂਟਸ ਹੁੰਦੇ ਆ ਰਾਈਟ ਲਾਈਕ ਵਾਈ ਹਾਊ ਡੂ ਦੇ ਇਨੀਸ਼ੀਅਲੀ ਸਟਾਰਟ ਇਜ਼ ਇਟ ਮੋਸਟਲੀ ਜਦੋਂ ਇੰਡੀਆ ਤੋਂ ਆਉਂਦੇ ਉੱਥੋਂ ਸਟਾਰਟ ਕੀਤਾ ਜਾਂ ਜਿਹੜੇ ਆਲਰੇਡੀ ਇੱਥੇ ਹੈਗੇ ਉਹ ਇੱਥੋਂ ਸਟਾਰਟ ਕਰਦੇ ਆ ਸੋ ਆਈ ਥਿੰਕ ਇਟਸ ਅ ਕੰਬੀਨੇਸ਼ਨ ਸੋ ਯੂ ਆਰ ਸੀਇੰਗ ਤੁਸੀਂ ਕੁਛ ਜਨਤਾ ਦੇਖ ਰਹੇ ਆ ਜਿਹੜੀ ਇੱਥੇ ਇਕੱਲੀ ਆ ਰਹੀ ਆ ਔਰ ਦੇਰ ਕਮਿੰਗ ਐਜ਼ ਸਟੂਡੈਂਟਸ ਆ ਰਹੇ ਨੇ ਜਾਂ ਮੋਸਟ ਆਫ ਦ ਟਾਈਮ ਆਈਸੋਲੇਸ਼ਨ ਸੋ ਅਗਰ ਇਨਸਾਨ ਇੱਥੇ ਇਕੱਲਾ ਆ ਜ਼ਿਆਦਾ ਸਪੋਰਟ ਨਹੀਂ ਆ ਆਮ ਤੌਰ 'ਤੇ ਅੱਜ ਕੱਲ੍ਹ ਕੀ ਹੋ ਰਿਹਾ ਸਟੂਡੈਂਟ ਆ ਰਹੇ ਨੇ ਕੰਬਾਈਨਡ ਸ਼ੇਅਰਡ ਕੁਆਰਟਰਸ ਦੇ ਵਿੱਚ ਬੇਸਮੈਂਟਸ ਜਾਂ ਅਪਾਰਟਮੈਂਟਸ 'ਚ ਰਹਿ ਰਹੇ ਨੇ ਰਾਈਟ ਉਹਦੇ ਵਿੱਚ ਕੀ ਹੁੰਦਾ ਹੈ ਕਿ ਦੇਰ ਇਜ਼ ਨਾਟ ਅ ਲੋਟ ਆਫ ਸਪੋਰਟ ਇੱਕ ਤਾਂ ਫੈਮਿਲੀ ਪਿੱਛੇ ਆ ਉਹਨਾਂ ਨੂੰ ਪੈਸੇ ਭੇਜੋ ਇੱਥੇ ਪੈਸੇ ਕਮਾਓ ਸਟੱਡੀ ਦੇ ਪੈਸੇ ਕਰੋ ਇੰਨਾ ਸਾਰਾ ਕੁਛ ਕੰਬਾਈਨ ਹੋ ਜਾਂਦਾ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਕੀ ਹੁੰਦਾ ਸਟ੍ਰੈਸ
ਸਟ੍ਰੈਸ ਦੇ ਨਾਲ ਕੀ ਹੁੰਦਾ ਆ, ਘਬਰਾਹਟ ਕਿ ਯਾਰ ਮੈਂ ਇੱਧਰ ਖਰਚੇ ਕਰਾਂ, ਪਿੱਛੇ ਖਰਚੇ ਭੇਜਾਂ। ਦਿਸ ਆਲ ਕੰਬੀਨੇਸ਼ਨ ਜਿਹੜਾ ਨਾ ਇਹ ਤੁਹਾਡੀ ਦਿਮਾਗੀ ਸਿਹਤ, ਮੈਂਟਲ ਹੈਲਥ 'ਤੇ ਪ੍ਰੈਸ਼ਰ ਪਾਉਂਦਾ ਆ। ਉਹਨਾਂ ਪ੍ਰੈਸ਼ਰਾਂ ਨੂੰ ਲੈ ਕੇ ਇਨਸਾਨ ਜਾਂ ਤਾਂ ਉਹਨਾਂ ਚੀਜ਼ਾਂ ਨੂੰ ਸਹਿਣਾ ਸਿੱਖੇ ਕਿ ਮੈਂ ਇਸ ਚੀਜ਼ ਨੂੰ ਕਿਸ ਤਰ੍ਹਾਂ ਅੱਗੇ ਆਪਣੇ ਵਿੱਚੋਂ ਕੱਢ ਸਕਦਾ ਹਾਂ, ਕੱਢ ਸਕਦੀ ਵਟਐਵਰ, ਔਰ ਜਾਂ ਤਾਂ ਫਿਰ ਉਹ ਉਸ ਚੀਜ਼ ਨੂੰ ਹੈਂਡਲ ਨਹੀਂ ਕਰ ਪਾ ਰਹੇ ਤੇ ਉਹਨਾਂ ਦੇ ਨਾਲ ਜਿਹੜੀ ਕਮਿਊਨਿਟੀ ਆ, ਪੀਅਰ ਪ੍ਰੈਸ਼ਰ ਮੰਨ ਲਓ ਜਾਂ ਜਿੱਦਾਂ ਵੀ ਆ, ਜਾਂ ਪਿੱਛੋਂ ਵੀ ਹੁਣ ਆਪਾਂ ਪੰਜਾਬ 'ਚ ਵੀ ਦੇਖਦੇ ਹਾਂ ਕਿ ਇਟਸ ਬਿਨ ਕਾਈਂਡ ਆਫ ਕਲਚਰ ਦਾ ਹਿੱਸਾ ਮੰਨ ਲਓ, ਪੂਰੀ ਤਰ੍ਹਾਂ ਵੀ ਨਹੀਂ ਬਟ ਕੁਛ ਹੱਦ ਤੱਕ। ਸ਼ਰਾਬ ਵੇਖ ਲਓ ਕਿੰਨੀ ਨੋਰਮਲਾਈਜ਼ ਆ ਸਾਡੀ ਕਮਿਊਨਿਟੀ 'ਚ, ਰਾਈਟ? ਸੋ ਕੰਬੀਨੇਸ਼ਨ ਲੈ ਲਓ ਤੁਸੀਂ, ਜਾਂ ਤਾਂ ਕਲਚਰਲ ਲੈ ਲਓ ਜੋ ਕਿ ਪਿੱਛੋਂ ਤੁਰਿਆ ਆਉਂਦਾ, ਤੇ ਜਾਂ ਉਹਨਾਂ ਦੇ ਕਰੰਟ ਸਰਕਮਸਟੈਂਸ, ਹਾਲਾਤ ਦੇਖ ਲਓ ਕਿ ਉਹ ਕਿਸ ਸਿਚੁਏਸ਼ਨ ਵਿੱਚ ਇੱਥੇ ਕੈਨੇਡਾ ਪਹੁੰਚੇ ਨੇ, ਪਿੱਛੋਂ ਕੀ ਆ ਰਿਹਾ ਕੀ ਨਹੀਂ, ਕਿੰਨੇ ਕਰਜ਼ੇ ਲੈ ਕੇ ਪਹੁੰਚੇ ਨੇ। ਐਂਡ ਦੈਨ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਇਹ ਜਿਹੜੇ ਇਨਸਾਨ ਨੇ, ਪੇਸ਼ੈਂਟਸ ਨੇ ਸਾਡੇ, ਇਹ ਉਹਨਾਂ ਚੀਜ਼ਾਂ ਵੱਲ ਬਹੁਤ ਛੇਤੀ ਤੁਰ ਪੈਂਦੇ ਨੇ। ਜਾਂ ਤਾਂ ਇਹਨਾਂ ਨੂੰ ਕਮਿਊਨਿਟੀ 'ਚੋਂ ਪਤਾ ਲੱਗ ਜਾਂਦਾ ਕਿ ਯਾਰ ਆਹ ਚੀਜ਼ ਬਹੁਤ ਛੇਤੀ ਮਿਲਦੀ ਹੈ ਤੇ ਇਹਦੇ ਨਾਲ ਤਾਂ ਮੇਰਾ ਹੱਲ ਹੀ ਹੋ ਜਾਣਾ ਸਾਰੀਆਂ ਗੱਲਾਂ ਦਾ। ਸੋ ਮੈਂ ਕਿਉਂ, ਔਖਾ ਕੀ ਆ, ਹਰ ਚੀਜ਼ ਲਾਈਫ ਦੇ ਵਿੱਚ ਸੌਖੀ ਥੋੜ੍ਹੀ ਆ। ਔਖਾ ਇਹ ਆ ਕਿ ਤੁਸੀਂ ਉਸ ਚੀਜ਼ ਨੂੰ ਪਹਿਲੋਂ ਉਹਨੂੰ ਫੋਲੋ ਕਿ ਵਟ ਇਜ਼ ਰੋਂਗ, ਮੈਨੂੰ ਕੀ ਹੋ ਰਿਹਾ, ਰਾਈਟ? ਫਿਰ ਉਹਦਾ ਕੋਈ ਕਿਸੇ ਨਾਲ ਗੱਲ ਕਰੋ। ਫਿਰ ਗੱਲ ਕਰਨ ਦੇ ਵਿੱਚ ਤੁਸੀਂ ਕੀ ਕਰ ਰਹੇ ਆ, ਆਪਣੇ ਜਜ਼ਬਾਤ ਸ਼ੇਅਰ ਕਰ ਰਹੇ ਆ, ਆਪਣਾ ਦਿਲ ਖੋਲ੍ਹ ਰਹੇ ਆ। ਆਮ ਤੌਰ 'ਤੇ ਇਨਸਾਨ ਇਸ ਤਰ੍ਹਾਂ ਨਹੀਂ ਕਰਦੇ, ਉਹ ਬੰਦ ਰਹਿੰਦੇ ਨੇ। ਸੋ ਬੰਦ ਇਨਸਾਨ ਦੇ ਵਿੱਚ ਕੀ ਹੁੰਦਾ ਆ, ਦੈਨ ਆਟੋਮੈਟਿਕਲੀ ਜਦੋਂ ਆਪਾਂ ਬੰਦ ਰਹਿਣਾ ਫਿਰ ਉਹ ਆਪਾਂ ਆਪਣੇ ਵਿੱਚ ਹੀ ਘੋਲੀ ਜਾਣਾ, ਅਤੇ ਆਪਣੇ ਵਿੱਚ ਘੋਲ ਕੇ ਇਨਸਾਨ ਦੂਜਿਆਂ ਦੀ ਮਦਦ ਨਹੀਂ ਲੈਂਦੇ, ਦੂਜੀਆਂ ਚੀਜ਼ਾਂ ਦਾ ਸਹਾਰਾ ਲੈਂਦੇ ਨੇ, ਐਂਡ ਦੈਟ ਕਮਸ ਇਨ ਦ ਫਾਰਮ ਆਫ ਸਬਸਟੈਂਸਿਸ। ਇਟਸ ਆਪਾਂ ਕਹਿ ਸਕਦੇ ਹਿਊਮਨ ਕੋਪਿੰਗ ਮੈਕੈਨਿਜ਼ਮ ਕਹਿ ਲਓ ਕਿ ਇਹ ਜਿਹੜੀ ਜਨਰੇਸ਼ਨ ਆ ਰਹੀ ਹੈ ਨਾ, ਦ ਕੋਪਿੰਗ ਇਜ਼ ਨਾਟ ਦੇਅਰ। ਆਪਾਂ ਸਹਿਣ 'ਤੇ ਗੱਲ ਕਰਦੇ ਹਾਂ, ਆਮ ਤੌਰ 'ਤੇ ਪੇਸ਼ੈਂਟਸ ਨੂੰ ਵੀ ਆਉਂਦੇ ਹਾਂ ਸਹਿਣਾ। ਵਟ ਇਜ਼ ਸਹਿਣਾ? ਆਪਾਂ ਕਿਸ ਤਰ੍ਹਾਂ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਕਿਸੇ ਔਖੇ ਸਮੇਂ ਨੂੰ, ਕਿਸੇ ਤਕਲੀਫ ਨੂੰ, ਕਿਸੇ ਘਬਰਾਹਟ ਨੂੰ, ਡਿਪਰੈਸ਼ਨ ਨੂੰ, ਕੋਈ ਵੀ ਚੀਜ਼ ਆ ਉਹਨੂੰ ਆਪਾਂ ਕਿੱਦਾਂ ਸਹਿ ਸਕਦੇ ਹਾਂ? ਸਹਿਣਾ ਕਾਹਤੋਂ ਨਹੀਂ ਆ? ਇਟਸ ਇੰਟਰਸਟਿੰਗ ਐਕਚੁਅਲੀ ਬਿਕਾਜ਼ ਆਪਣੇ ਲਾਈਕ ਹੋਰ ਵੀ ਦੋਸਤ ਹੈਗੇ ਜਿਹੜੇ ਡਿਫਰੈਂਟ ਕਲਚਰ ਤੋਂ ਬਿਲੋਂਗ ਕਰਦੇ ਹਨ, ਬਟ ਮੇਬੀ ਜਸਟ ਬਿਕਾਜ਼ ਅਸੀਂ ਪੰਜਾਬੀ ਹੈਗੇ ਆ, ਸਾਨੂੰ ਥੋੜ੍ਹਾ ਜਿਹਾ we notice it more, but like but prevalence ਵੀ ਬਹੁਤ ਆ, like if you look at the prevalence, like for example we were talking, like if you look at the prevalence ਸਾਡੀ ਕਮਿਊਨਿਟੀ ਦੇ ਵਿੱਚ, ਹੁਣ ਮੇਰਾ ਹਿਸਾਬ ਲੈ ਲਓ, ਮੈਂ ਐਡਿਕਸ਼ਨ ਮੈਡੀਸਨ ਦੀ ਫਿਜ਼ੀਸ਼ੀਅਨ ਆ, ਮੇਰੀਆਂ 4 ਸਾਈਟਸ ਨੇ। ਉਹਨਾਂ 4 ਸਾਈਟਸ ਵਿੱਚੋਂ ਮੰਨ ਲਓ ਮੇਰਾ 100 ਪੇਸ਼ੈਂਟ ਆ, ਜਸਟ ਫॉर ਐਗਜ਼ਾਮਪਲ, ਉਹਨਾਂ 100 ਪੇਸ਼ੈਂਟਸ ਵਿੱਚੋਂ ਮੇਰੇ 95 ਪੇਸ਼ੈਂਟਸ ਪੰਜਾਬੀ ਨੇ, 5 ਪੇਸ਼ੈਂਟ ਹੋਣਗੇ ਆਫ ਡਿਫਰੈਂਟ ਐਥਨੀਸਿਟੀ। ਸੋ ਤੁਸੀਂ ਆਪੇ ਹਿਸਾਬ ਲਾ ਲਓ ਕਿ ਵਾਈ, ਕਿਉਂ, ਕਿ ਸਾਰੇ ਪੰਜਾਬੀ ਕਾਹਤੋਂ ਨੇ? ਸੋ ਆਈ ਮੀਨ ਦੂਜੀ ਵੀ there are lots of ethnicities here, ਤਰ੍ਹਾਂ ਦੇ ਲੋਕ ਇਹਦੇ ਤੁਰੇ ਫਿਰਦੇ ਨੇ। Winnipeg is a very multicultural city, ਸੋ ਜਾਂ ਤਾਂ ਫਿਰ ਉਹ ਮੇਰੇ ਕੋਲ ਨਹੀਂ ਆਉਂਦੇ ਬਿਕਾਜ਼ ਮੈਂ ਪੰਜਾਬੀ ਸਪੀਕਿੰਗ ਆ, ਬਟ ਇਹ ਟੋਟਲੀ ਟਰੂ ਨਹੀਂ ਆ ਬਿਕਾਜ਼ ਜਿਹੜੇ ਸਾਡੇ ਡਾਊਨਟਾਊਨ ਕਲੀਨਿਕਸ ਨੇ ਉੱਥੇ ਆਪਾਂ ਐਵਰੀਬਡੀ ਸਰਵ ਕਰਦੇ ਹਾਂ, ਉਹ ਵਾਕ ਇਨ ਐਡਿਕਸ਼ਨ ਕਲੀਨਿਕਸ ਨੇ। ਉਹਦੇ ਵਿੱਚ ਵੀ ਵੀ ਹੈਵ ਅ ਲੋਟ ਆਫ ਪੰਜਾਬੀ ਪੇਸ਼ੈਂਟਸ ਸ਼ੋ ਅਪ, ਸਪੈਸ਼ਲੀ ਜਿਹੜੇ ਸਾਡੇ ਸੈਟਰਡੇ ਕਲੀਨਿਕਸ ਨੇ, ਬਿਕਾਜ਼ ਆਮ ਤੌਰ 'ਤੇ ਜਨਤਾ ਮੰਡੇ ਟੂ ਫਰਾਈਡੇ ਕੰਮ ਕਰਦੀ ਆ, ਸੋ ਸੈਟਰਡੇਜ਼ ਹੁੰਦੇ ਨੇ ਜਦੋਂ ਸਾਡੇ ਕੋਲ ਵਾਕ ਇਨ ਦੀ ਜਗ੍ਹਾ ਹੁੰਦੀ ਆ। ਸੋ ਇਟਸ ਅ ਰੀਅਲੀ ਬਿਗ ਇਸ਼ੂ ਬਿਕਾਜ਼ ਮਲਟੀਪਲ ਚੀਜ਼ਾਂ ਨੇ। ਇੱਕ ਤਾਂ ਇਹਨਾਂ ਦਾ ਚਲੋ ਜੋ ਵੀ ਸਹਿਣਾ ਆਪਾਂ ਕਹਿੰਦੇ ਆ, ਨਸ਼ੇ ਕਰਦੇ ਨੇ, ਉੱਪਰੋਂ ਦੀ ਲੈਂਗੁਏਜ, ਰਾਈਟ, ਗੱਲ ਨਹੀਂ ਕਰ ਸਕਦੇ ਇੰਗਲਿਸ਼ 'ਚ, ਫਿਰ ਫਸੇ, ਹੈ ਨਾ? ਕਿਤੇ ਜਾਂਦੇ ਨੇ ਫਿਰ ਫਸੇ। ਕਈਆਂ ਨੂੰ ਉਸ ਚੀਜ਼ ਤੋਂ ਐਂਗਜ਼ਾਇਟੀ ਹੁੰਦੀ ਆ, ਯਾਰ ਮੇਰੇ 'ਚ ਬੋਲਣਾ ਨਹੀਂ ਆ, ਆਈ ਕੈਨ ਸਪੀਕ ਦ ਲੈਂਗੁਏਜ ਤੋਂ ਹੀ ਉੱਧਰ ਨੂੰ ਤੁਰ ਪੈਂਦੇ ਨੇ, ਰਾਈਟ? ਸੋ ਥੱਕਿਆ ਪਿੱਟਿਆ ਇਨਸਾਨ ਘਰ ਆਉਂਦਾ ਆ, ਕੋਈ ਫੈਮਿਲੀ ਨਹੀਂ ਆ, ਮੇਬੀ ਕੋਈ ਰੋਟੀ ਪਕਾਉਣ ਵਾਸਤੇ ਨਹੀਂ ਆ, ਬਾਹਰੋਂ ਖਾਣਾ ਲੈਂਦਾ, ਇਕੱਲੇ ਬਹਿਣਾ, ਇਕੱਲੇ ਖਾਣਾ, ਇਕੱਲੇ ਕੰਮ 'ਤੇ ਜਾਣਾ, ਦੈਨ ਯੂ ਨੋ ਵਾਟ, ਉਹਨਾਂ ਵਾਸਤੇ ਉਸ ਦੁਨੀਆ 'ਚੋਂ ਨਿਕਲਣ ਦਾ ਇੱਕ ਰਾਹ ਆ, ਐਂਡ ਉਹ ਰਾਹ ਆ ਸਮਟਾਈਮਜ਼ ਨਸ਼ੇ। ਬਿਕਾਜ਼ ਨਸ਼ੇ ਤੁਹਾਡੀ ਸਾਰੀ ਕੈਮਿਸਟਰੀ ਨੂੰ ਚੇਂਜ ਕਰਕੇ ਤੁਹਾਨੂੰ ਉਸ ਅਸਲੀਅਤ ਤੋਂ, ਰਿਐਲਿਟੀ ਤੋਂ ਬਾਹਰ ਕੱਢ ਦਿੰਦੀ ਹੈ। ਤੇ ਉਹ ਤਾਂ ਹਰ ਇਨਸਾਨ ਨੂੰ ਚੰਗਾ ਲੱਗੂਗਾ, ਰਾਈਟ? ਕਿਉਂਕਿ ਹਰ ਇਨਸਾਨ ਦੀ ਲਾਈਫ 'ਚ ਟੈਨਸ਼ਨ ਆ। ਸੋ ਦੈਨ ਫਿਰ ਗੱਲ ਉੱਥੇ ਹੁੰਦੀ ਆ ਕਿ ਫਿਰ ਸਾਰੇ ਇਨਸਾਨ ਨਸ਼ੇ ਕਾਹਤੋਂ ਨਹੀਂ ਕਰਦੇ, ਹੈ ਨਾ? ਸੋ ਇਹ ਜਿਹੜੇ ਕੁਐਸਚਨਸ ਨੇ, ਇਹ ਇਸ ਕਰਕੇ ਆਪਾਂ ਫਿਰ ਇਹਨਾਂ ਚੀਜ਼ਾਂ ਵੱਲ ਡੂੰਘਾ ਜਾਂਦੇ ਹਾਂ, ਸੋ ਕਿ ਆਪਾਂ ਪੇਸ਼ੈਂਟਸ ਦੇ ਦਬਾਅ ਤੋਂ ਉਹ ਚੀਜ਼ ਪੁੱਛ ਸਕੀਏ ਕਿ ਵਾਈ, ਕਿਉਂ ਤੁਸੀਂ ਉਸ ਚੀਜ਼ ਵੱਲ ਜਾਂਦੇ ਆ, ਅਤੇ ਇਸ ਤਰ੍ਹਾਂ ਆਪਾਂ ਤੁਹਾਨੂੰ ਇਸ ਚੀਜ਼ 'ਚੋਂ ਹੌਲੀ ਹੌਲੀ ਕਿੱਦਾਂ ਕੱਢ ਸਕਦੇ ਹਾਂ, ਵਿਚ ਇਜ਼ ਆਈ ਮੀਨ ਇਟਸ ਅ ਵੈਰੀ ਬਿਗ ਜੌਬ, ਰਾਈਟ? I guess one question ਮੇਰੇ ਵਾਸਤੇ a lot of the time is the frustration level. Like, do you ਤੁਹਾਡੇ ਵਿੱਚ ਉਹ frustration level, is it there in terms of helping the community? Because ਤੁਸੀਂ obviously help ਤੇ ਕਰਨੇ ਆ, ਪਰ ਇੱਕ ਇਨਸਾਨ ਦੇ ਸਾਈਡ 'ਤੇ ਵੀ ਥੋੜ੍ਹਾ ਜਿਹੀ frustration ਹੁੰਦੀ ਹੈ ਕਿ ਯਾਰ ਇਹਨਾਂ ਦੀ you get frustrated. I think the frustration comes from ਜਦੋਂ relapse ਹੁੰਦੇ ਆ। ਸੋ ਸਾਡਾ ਮੇਨ ਥਿੰਗ ਇਹ ਆ, ਆਪਾਂ ਕਿਸੇ ਦੀ ਨਾ, it's like anything else in life, ਆਪਾਂ ਕਿਸੇ ਦੀ
ਕਿਸੇ ਦੀ ਬਿਮਾਰੀ ਦਾ ਜਾਂ ਕਿਸੇ ਵੀ ਚੀਜ਼ ਦਾ ਕਿੰਨਾ ਰਿਸਪੌਂਸਿਬਿਲਿਟੀ ਆਪਾਂ ਉਸ ਚੀਜ਼ ਦੀ ਲੈ ਸਕਦੇ ਹਾਂ ਰਾਈਟ ਅਲਟੀਮੇਟਲੀ ਬਿਮਾਰੀ ਤਾਂ ਉਹਨਾਂ ਦੀ ਆ ਹੈ ਨਾ ਬਟ ਦ ਥਿੰਗ ਇਜ਼ ਆਪਾਂ ਨੂੰ ਇਹ ਆ ਕਿ ਚੱਲ ਮੰਨ ਲਓ ਸ਼ਰਾਬ ਦਾ ਪੇਸ਼ੈਂਟ ਆਇਆ ਫੋਰ ਐਗਜ਼ਾਮਪਲ ਰਾਈਟ ਜਿੱਥੇ ਉਹ ਦਿਹਾੜੀ ਦੇ 3 ਪੈਗ ਲਾ ਰਹੇ ਨੇ ਮੰਨ ਕੇ ਚੱਲੋ ਰਾਈਟ ਜਾਂ 300 ml ਪੀਂਦੇ ਨੇ ਰਾਤ ਦਾ ਵਟਐਵਰ 26 ਆਉਂਸ ਦੀ ਬੋਤਲ ਜੋ ਵੀ ਉਹਨਾਂ ਦਾ ਕੰਜ਼ੰਪਸ਼ਨ ਆ ਅਗਰ ਆਪਾਂ ਉਹਨਾਂ ਨੂੰ ਆਖੀਏ ਕਿ ਤੁਸੀਂ ਹੁਣ ਕੱਲੀ ਸ਼ੁੱਕਰ ਸ਼ਨੀ ਐਤ ਪੀਣੀ ਆ 3 ਦਿਨ ਸੋ ਇਟਸ ਅਬਾਊਟ ਹਾਰਮ ਰਿਡਕਸ਼ਨ ਐਂਡ ਰਿਸਕ ਆਪਾਂ ਪ੍ਰੀਵੈਂਸ਼ਨ ਸੋ ਆਪਾਂ ਪ੍ਰੀਵੈਂਸ਼ਨ ਵੱਲ ਵੀ ਜਾਂਦੇ ਆ ਵੀ ਗੋ ਫॉर ਹਾਰਮ ਰਿਡਕਸ਼ਨ ਆਲਸੋ ਹਾਊ ਕੈਨ ਵੀ ਰਿਡਿਊਸ ਦ ਹਾਰਮ ਔਰ ਦ harm to the body so alcohol ਦੇ ਵਿੱਚ ਚਲੋ ਲਿਵਰ ਤੇ ਅਸਰ ਹੁੰਦਾ ਆ ਅਗਰ ਕੋਈ ਪੇਸ਼ੈਂਟ ਟੀਕੇ ਲਾ ਰਿਹਾ ਆ ਉਹਨੂੰ ਇਹ ਇੱਥੇ ਥਿਓਰੀਜ਼ ਵੀ ਚੱਲਦੀਆਂ ਨੇ ਕਲੀਨਿਕਸ ਵੀ ਹੈਗੀਆਂ ਨੇ ਅਗਰ ਤੁਸੀਂ BC ਵਾਲੀ ਸਾਈਡ ਤੇ ਜਾਓ ਸੇਫ ਇੰਜੈਕਸ਼ਨ ਸਾਈਟਸ ਅਗਰ ਕਿਸੇ ਨੇ ਨਸ਼ਾ ਕਰਨਾ ਹੀ ਆ ਦੈਨ ਉਹਨਾਂ ਨੂੰ ਸਾਫ਼ ਨੀਡਲਸ ਦਿਓ ਇਹ ਵੀ ਇੱਕ ਥਿਓਰੀ ਆ ਐਡਿਕਸ਼ਨ ਦੀ ਦੁਨੀਆ 'ਚ ਕਿ ਅਗਰ ਨਸ਼ਾ ਕਰਨਾ ਆ ਤਾਂ ਇਸ ਤਰ੍ਹਾਂ ਕਰੋ ਹੈ ਨਾ ਕਿਉਂਕਿ ਜੇ ਆਪਾਂ ਪੇਸ਼ੈਂਟ ਨੂੰ ਪੂਰੀ ਤਰ੍ਹਾਂ ਰੋਕ ਨਹੀਂ ਸਕਦੇ ਫਿਰ ਉਹਨਾਂ ਨੂੰ ਸੇਫਟੀ 'ਚ ਤਾਂ ਲਿਆ ਸਕਦੇ ਆ ਨਾ ਸੋ ਫਰਸਟ੍ਰੇਸ਼ਨ ਜਿਹੜੀ ਆ ਇਟ ਕਮਸ ਫਰਮ ਫਰਸਟ੍ਰੇਸ਼ਨ ਹੁੰਦੀ ਹੈ ਜਦੋਂ ਆਪਾਂ ਪੇਸ਼ੈਂਟ ਨੂੰ ਕਿਸੇ ਪਾਸੇ ਨਹੀਂ ਲਾ ਸਕਦੇ ਨਾ ਉਹਨਾਂ ਨੂੰ ਘਟਾ ਸਕਦੇ ਆ ਨਾ ਉਹਨਾਂ ਦੀ ਬੰਦ ਕਰ ਸਕਦੇ ਆ ਬਟ ਆਈ ਹੈਵ ਮੇਰੇ ਕੋਲ ਐਕਚੁਅਲੀ 2-3 ਪੇਸ਼ੈਂਟਸ ਨੇ ਜਿਹੜੇ ਰੋਜ਼ਾਨਾ ਰੂਟੀਨ 'ਚ ਆਉਂਦੇ ਨੇ ਹਫਤੇ ਪਿੱਛੋਂ 2 ਹਫਤੇ ਪਿੱਛੋਂ ਜਿੰਨੀ ਵੀ ਉਹਨਾਂ ਦੀ ਅਪਾਇੰਟਮੈਂਟ ਆ ਨਾ ਪ੍ਰੋਪਰ ਟਾਈਮ 'ਤੇ ਆਉਣਾ ਆ ਸੇਮ ਡੇ 'ਤੇ ਨੈਵਰ ਨੋ ਸ਼ੋ ਦੇ ਆਲਵੇਜ਼ ਸ਼ੋ ਅਪ ਉਨੀ ਹੀ ਪੀਣੀ ਉਨੀ ਆ ਬਟ ਆਉਣਾ ਜ਼ਰੂਰ ਆ I have these patients in my practice so you have to ask them why do you show up like they just ਸ਼ਰਾਬ keep ਤੁਸੀਂ drinking they just keep drinking so ਸ਼ਰਾਬ ਤੁਸੀਂ ਘਟਾ ਨਹੀਂ ਰਹੇ ਅੱਛਾ ਦਵਾਈਆਂ ਤੇ ਦਵਾਈਆਂ ਖਾਈ ਜਾਂਦੇ ਆ ਸੋ ਮੇਰੇ ਕੋਲ ਆਉਣ ਦਾ ਕੀ ਫਾਇਦਾ but in that thing ਆਪਾਂ ਨੇ accountability right accountability ਵਿੱਚ ਕੀ ਹੁੰਦਾ ਆ ਇਨਸਾਨ ਨੂੰ ਹੁੰਦਾ ਆ ਕਿ ਯਾਰ ਮੈਂ ਜਾਣਾ ਆ ਕੁਛ ਤਾਂ ਆਖੂਗੀ ਮੈਨੂੰ then they feel like then what I feel like is ਕਿ ਚੱਲ it's frustrating ਕਿ ਉਹਨੀਓ ਹੀ ਪੀ ਰਿਹਾ ਆ ਬਟ ਵਧਾਈ ਤਾਂ ਨਹੀਂ ਹੈ ਨਾ ਉਸ ਤੋਂ ਵਧੀ ਤਾਂ ਨਹੀਂ ਹੈ ਨਾ ਉੱਥੇ ਹੀ ਖੜੀ ਆ that is also some degree of care so then you have to set some boundary for right so ਉਹਦੇ ਤੋਂ ਅੱਗੇ ਨਹੀਂ ਗਏ ਗਾਣੇ ਜਾਂਦੇ so ਉਹ ਵੀ ਇੱਕ ਹਿਸਾਬ ਦਾ ਇਲਾਜ ਆ so maybe he was going to have a cirrhotic liver and so now he doesn't have cirrhosis right I mean again it's about risk it's about that prevention how can we sort of cut back the use or keep the use where it is so it doesn't get worse right what are we ultimately trying to do ਆਪਾਂ ਕੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਇਨਸਾਨ ਜੀਂਦੇ ਰਹਿਣ ਆਪਣੇ ਪਰਿਵਾਰਾਂ 'ਚ ਜਾਣ ਆਪਣੇ ਬੱਚਿਆਂ ਨਾਲ ਖੇਡਣ ਗੋ ਬੈਕ ਗਿਵ ਉਹਨਾਂ ਨੂੰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਆਪਣੀ ਲਾਈਫ ਵਾਪਸ ਕਰੀਏ ਬਿਕਾਜ਼ ਲਾਈਫ ਤਾਂ ਅਸਲੀ ਉਹਨਾਂ ਦੀ ਆ ਬਟ ਉਸ ਚੀਜ਼ 'ਚੋਂ ਪਾਸੇ ਹੋ ਗਏ ਆ ਉਸ ਰਾਹ ਤੋਂ ਡਿੱਗ ਪਏ ਨੇ ਸੋ ਆਵਰ ਗੋਲ ਇਜ਼ ਟੂ ਬ੍ਰਿੰਗ them back on that path to see ਕਿ ਮੇਰਾ ਪਰਿਵਾਰ ਆ ਫੈਮਿਲੀ whatever and then that comes later ਜਦੋਂ patient stabilize ਹੋ ਜਾਵੇ ਨਾ ਜਦੋਂ acute period ਤੋਂ ਬਾਹਰ ਆ ਜਾਵੇ then we can go for those things ਕਿ what are your goals what are your ਤੁਹਾਡੀਆਂ ਕੀ ਇੱਛਾਵਾਂ ਨੇ ਤੁਸੀਂ ਕੀ ਕਰਨਾ ਚਾਹੁੰਦੇ ਆ that all comes after but it's about showing I always tell my patients I always tell my guys I refer to them as my guys because most of them are men I always tell my guys ਜਿਹੜਾ ਇਨਸਾਨ ਸ਼ੀਸ਼ੇ ਦੇ ਵਿੱਚ ਆ ਨਾ ਉਹਨੂੰ ਪਸੰਦ ਤੇ ਪਿਆਰ ਕਰਨਾ ਸਿੱਖੋ ਜਦ ਤੱਕ ਆਪਾਂ ਸੈਲਫ ਰਿਸਪੈਕਟ ਨਹੀਂ ਕਰਦੇ ਦੂਜਾ ਦਾ ਆਪਾਂ ਕੀ ਕਰਾਂਗੇ ਹਨਾ yeah very true I really feel like why do our guys want to put such toxic stuff in their bodies what is behind that is there a lack of respect they don't care about their bodies what ਸਾਰਿਆਂ ਨੂੰ ਤਾਂ ਨਹੀਂ ਹਿਊਮਨ ਫਾਰਮ ਮਿਲਦਾ ਸਾਰੇ ਇਨਸਾਨ ਨਹੀਂ ਬਣ ਸਕਦੇ ਸੋ ਜੇ ਆਪਾਂ ਬਣੇ ਆ then why do we go for that ਹਾਂ ਸੋ ਇਹ ਜਿਹੜੇ thought provoking questions ਨੇ ਜਿਹੜੀਆਂ ਆਪਾਂ ਗੱਲਾਂ ਪੁੱਛਦੇ ਆ ਨਾ ਕਈ ਲੋਕ ਜਾਂਦੇ ਆ ਕਈ ਨਹੀਂ ਜਾਂਦੇ it's not for everybody but that's counseling that's the mental health piece after you stabilize the patient you have to ask them why right addiction is not substances ਆਪਾਂ ਨਸ਼ੇ ਕਰਦੇ ਆ it's not just ਕਿ ਚੱਲ ਪਿਆਸ ਹੀ ਤੇ ਕਰ ਲਿਆ ਜਿਵੇਂ ਪਾਣੀ ਦੀ ਬੋਤਲ ਪੀ ਲਿਆ there's a reason ਕਿ ਆਪਾਂ ਉਸ ਚੀਜ਼ ਵੱਲ ਕਿਉਂ ਗਏ ਆ ਆਪਾਂ ਨੂੰ ਵਜ੍ਹਾ ਚਾਹੀਦੀ ਆ but ਉਹ ਕਾਉਂਸਲਿੰਗ ਤੇ ਜਾਂਦੇ ਆ well so that's a whole other thing counseling is different so they can do some through me but I'm not a formal trained counselor so ਆਪਣੇ ਕੋਲ ਕੁਝ handouts ਨੇ worksheets ਨੇ ਕੁਝ ਮੁੰਡੇ ਕਰਦੇ ਵੀ ਨੇ they come back they show up they follow up and then some of them who have Blue Cross I have a couple guys that can go for covered private counseling ਉਹਨਾਂ ਦੀ insurance cover ਕਰਦੀ ਆ they go for counseling ਕਰਦੇ ਨੇ ਅੱਛਾ yeah they are few but excuse me they are there ਉਹ counseling ਉਹਨਾਂ ਵਾਸਤੇ like how much is it helping well it depends on the patient I mean I have one guy right now he's going for counseling and he's drinking less but he hasn't stopped right so again it comes back to kind of the combination of the treatment I think it's not just one thing what's the family like ਘਰ 'ਚ ਹੋਰ ਕੌਣ ਆ ਘਰ 'ਚ ਹੋਰ ਕੀ ਚੱਲ ਰਿਹਾ ਆ right so that's one whole aspect of it it's like drawing up a pie chart ਆਪਾਂ ਜਦੋਂ ਇਹਨਾਂ patients ਨੂੰ ਮਿਲਦੇ ਆ ਨਾ
I draw pictures for them because I feel like that's the best way to explain to them, you know, what's your life like? What part of your life is stressful and what's in that stress, right? Right. And then how much are you using? What are you using? And then what does the rest of your life look like, right? So that, I mean, again, I don't think it's just one thing. So we have to attack their mental health and then we have to attack their substance health. Like what are they using and what can we do to, again, prevent and reduce risk? So is apne Punjabi community, is it alcohol that's the starter? Is that what do you find? I as a mean, if starter? you look back historically, ਜੇ ਆਪਾਂ history ਚ ਜਾਣਦੇ ਆ ਨਾ, I feel like ਜਿਹੜੀ addiction ਨਸ਼ਿਆਂ ਦੀ history ਖਾਸ ਕਰ ਪੰਜਾਬੀਆਂ ਦੇ ਨਾਲ ਆ ਨਾ, ਮੇਰੇ ਲਈ ਤਾਂ ਬਹੁਤ fascinating ਆ. I find it very interesting. If you look at Sikh history, I mean, that's again a very sort of vast topic. But if you look at the history of Punjabis and just the trauma experienced by the Punjabi people, it's pretty extreme. ਤੁਸੀਂ ਪਹਿਲਾਂ partition ਦੇਖਿਆ, ਫਿਰ ਤੁਸੀਂ ਕੀ ਕੁਝ ਦੇਖਿਆ ਆਪਣੇ 1984 ਚ, and so ਇਹ ਜਿਹੜੇ ਹਾਦਸੇ ਨੇ, ਇਹ ਸਾਡੀਆਂ ਪੀੜ੍ਹੀਆਂ ਚ ਤੁਰੇ ਆਉਂਦੇ ਨੇ, ਰਾਈਟ? ਉਹਨਾਂ ਹਾਦਸਿਆਂ ਦਾ ਸਹਿਣਾ ਨਾ ਸਹਿਣਾ, it's all coming down in the generations. And then on top of that, you have ਘਰਾਂ ਦੇ ਵਿੱਚ, ਹੁਣ ਇੰਡੀਆ ਚ ਕੀ ਆ, ਫੀਮ ਚੱਲਦੀ ਸੀ ਉਦੋਂ, ਲੋਕਾਂ ਦੇ ਫੀਮ ਕਾਰਡ ਬਣਦੇ ਹੁੰਦੇ ਸੀ. I didn't even know that. Yeah, growing up, ਮੈਨੂੰ ਤਾਂ ਇਹ ਪਤਾ ਲੱਗਾ ਕਿ ਫੀਮ ਨਾਲ ਤੁਹਾਡਾ is used for headaches, is used for normal medicine practice. So it's a medicinal ਆ. ਆਪਾਂ ਇਹ ਨਹੀਂ ਆਂਦੇ ਕਿ ਪੋਪੀ ਓਪੀਅਮ ਮਾੜੀ ਆ. ਇਹ ਮੈਡੀਸਨਲ ਹੈਗੀਆਂ ਨੇ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਵੀ ਹੈਵ ਕੈਨੇਬਿਸ ਟੂ, ਇਹਨਾਂ ਚੀਜ਼ਾਂ ਦੀ ਮੈਡੀਸਨਲ ਪ੍ਰੋਪਰਟੀਜ਼ ਹੈਗੀਆਂ ਨੇ. ਦ ਪ੍ਰੋਬਲਮ ਇਜ਼ ਕਿ ਉਹ ਮਿਸਯੂਜ਼ ਕੀਤੀਆਂ ਗਈਆਂ ਨੇ. ਅੱਜ ਕੱਲ੍ਹ ਜਿਹੜੀ ਫੀਮ ਇੱਥੇ ਵਿਨੀਪੈਗ 'ਚ ਮਿਲਦੀ ਆ, ਉਹ ਫੀਮ ਥੋੜੀ ਆ. ਉਹਦੇ 'ਚ ਕੋਕੇਨ ਆ, ਉਹਦੇ 'ਚ ਮੈਥ ਆ, ਉਹਦੇ 'ਚ ਤਰ੍ਹਾਂ ਦੇ ਨਸ਼ੇ ਨੇ. ਸੋ ਇਫ ਯੂ ਗੋ ਬੈਕ ਟੂ ਯੂਰ ਕੁਐਸਚਨ ਅਬਾਊਟ ਐਲਕੋਹਲ, ਸਾਡੇ ਘਰਾਂ 'ਚ ਐਲਕੋਹਲ ਭਾਵੇਂ ਹਫ਼ਤੇ 'ਚ ਐਵਰੀਡੇ ਪੀ ਲਓ. ਸ਼ਰਾਬ ਤਾਂ ਆਪਾਂ ਡੇਲੀ ਪੀਣੀ ਆ, ਪੈਗ ਤਾਂ ਲਾਉਣਾ ਹੀ ਲਾਉਣਾ ਆ. ਸੋ ਜਦੋਂ ਸ਼ਰਾਬ ਇੰਨੀ ਨੋਰਮਲਾਈਜ਼ ਕੀਤੀ ਗਈ ਆ ਤੇ ਬੱਚੇ ਉਸ ਚੀਜ਼ ਨੂੰ ਵੇਂਦੇ ਨੇ, ਦੈਨ ਉਹ ਬੱਚੇ ਜਦੋਂ ਵੱਡੇ ਹੁੰਦੇ ਨੇ, ਉਹ ਇਹੋ ਹੀ ਸੋਚਦੇ ਨੇ ਕਿ ਜੇ ਸ਼ਰਾਬ ਨੋਰਮਲ ਆ ਤਾਂ ਫਿਰ ਬਾਕੀ ਚੀਜ਼ਾਂ ਵੀ ਤਾਂ ਨੋਰਮਲ ਹੀ ਨੇ. ਐਂਡ ਦੈਨ ਐਵਰੀਥਿੰਗ ਬਿਕਮਸ ਨੋਰਮਲਾਈਜ਼ਡ. ਹੁਣ ਕੈਨੇਬਿਸ ਲੀਗਲਾਈਜ਼ ਹੋ ਗਈ ਆ, ਉਹ ਵੀ ਥੋੜੀ ਬਹੁਤੀ ਨੋਰਮਲ ਹੋ ਗਈ. ਹੁਣ ਸਾਡੇ ਕੋਲ ਕਿਹੋ ਜਿਹੀ ਕੰਸਲਟੇਸ਼ਨਸ ਹੁੰਦੇ ਨੇ, ਮੇਰੇ ਬੱਚੇ ਦੀ ਵੇਪਿੰਗ ਛਡਾ ਦਿਓ ਤੇ ਮੇਰੇ ਬੱਚੇ ਦੀ ਕੈਨੇਬਿਸ ਛਡਾ ਦਿਓ. ਅੱਜ ਕੱਲ੍ਹ ਇਹ ਕੰਮ ਚੱਲ ਰਿਹਾ. 18-19 ਸਾਲ ਦੇ ਜਿਹੜੇ ਬੱਚੇ ਨੇ, Punjabi again, because they're vaping or they're doing this cannabis stuff, edibles, whatever. And parents pareshan ne. And parents come to you. Parents bhi honde ne, bacche bhi honde ne. And then the problem is that they go from those things straight to things like heroin, hard drugs. Yeah. Because ਉਹ ਵੀ ਸਾਡੀ community ਚ ਫੈਲੀ ਹੋਈ ਹੈ. So it's just that circle, right? It's just who talks to who, and then before you know it, you're using heroin. It's interesting because ਜਦੋਂ ਅਸੀਂ ਛੋਟੇ ਹੁੰਦੇ ਸੀਗੇ, like, you know, like we obviously grew up in the same house, and I think ਤੁਹਾਡੇ mummy daddy we were pretty strict. I mean, you grew up in a strict, right? So it's interesting how ਬੱਚੇ ਹੁਣ vaping ਤੇ cannabis ਕਰਨ ਦੇ ਆ, and then it goes to something as hard as heroin or cocaine. Yeah, I just don't understand ਕਿ ਆਪਣੇ like ਉਹ ਸਖਤਾਈ ਨਹੀਂ ਹੈਗੀ ਹੁਣ ਆਪਣੇ parents ਦੇ ਵਿੱਚ. Yeah, and it's interesting, you know, I do wonder, like, what do these, I mean, we grew up, like you said, you know, 30-some years ago, what was life like? We had very strict upbringings. And so I do wonder what that family structure looks like in today's homes, because, I mean, I've never been in one of those homes, right? I feel like ajkal the structure de vich, it's so relaxed. Yeah. It's almost like ਇਹਨਾਂ ਨੂੰ ਕੁਛ ਨਾ ਆਖੋ because ਇਹਨਾਂ ਨੇ ਭੱਜ ਜਾਣਾ ਆ. ਤੇ ਜਿਸ ਨੇ ਜ਼ਿਆਦਾ ਆਖਦਾ ਕਿ ਤੁਸੀਂ ਘਰੇ ਆ ਜਾਓ, something like that, it's then it almost like with the social media, but are like, oh my, this is too controlling now, and you know it. But there's so much social media influence. So Punjabi parents have almost lost that edge. I feel like sometimes. Dar jada. And I'm not saying that tusi bachcha nu dara ke rakho, but there's like a, you know, but boundary honi chahiye hai. Har cheez de vich there should be a boundary. Parents should have strict boundaries. You know, a lot of parents come to me. I had one family come and they were like, oh, phone addiction. There's a thing now. People, because phones cause when you're on social media and on your phone, that screen and that watching or whatever you're doing, it causes a spike in your brain's chemicals. It's a feel good hormone. Who doesn't want to feel good? The problem is these parents can't even tell their kids to not have the table ਆਪਾਂ ਹੁਣ ਰੋਟੀ ਖਾਣ ਲੱਗੇ ਉੱਥੇ ਫੋਨ ਜਾਂ ਆਈਪੈਡ ਨਹੀਂ ਹੋਣਾ ਚਾਹੀਦਾ. ਇਹ ਬਾਉਂਡਰੀ ਆ. ਤੁਸੀਂ 2-3 ਸਾਲ ਛੱਡੋ, ਤੁਸੀਂ 2-3 ਹਫ਼ਤੇ ਉਹ ਫੋਨ ਟੇਬਲ ਤੇ ਆ ਗਿਆ ਨਾ, that's it. ਉਹ ਆਦਤ ਪੈ ਗਈ ਆ. ਉਸ ਫੋਨ ਨੂੰ ਢੋਣਾ is like it's a nightmare. It's younger now. It's way younger. It's like 12, 13 years old, 10 years old. Have phones. Have iPhones. They have better phones. Yeah. They have. So it's a boundary. Isn't there a better way? I was like 15 or 16,
So high school. I remember when I got That's the when I was I was 23 years phone, old when I got my first. 16. Yeah. I was like a Yeah, I first one in the remember. family. He got a First one in the family. we were they were so pissed mad. off. ਸਾਡੇ How did you ਛੋਟਾ get a ਸੀ ਤੇ ਇਹਨੂੰ phone? ਫੋਨ ਮਿਲ ਗਿਆ ਆਪਾਂ ਉਹੀ ਤਰ੍ਹਾਂ ਫਿਰਦੇ ਆ So you're the only one. seriously But even then, I was at 16, you know? And that Yeah. was when phones really started coming out, like, because I used to sell them. oh And so that's that was right when that was like the first wave of like the new type of phone. Yeah. Like, you know, with the little open faced Nokias. That was that. Yeah, this is really dating us now. Yeah. But that was that and time, my first right? phone was 22 years old med school Yeah. like See, wow. 22 years old That's crazy. That's crazy, And that's Chris. that's unheard of now. Yeah. Unheard. Now it's like Unheard. my kid needs to get in touch with me. Even Sony, like Ansh has a watch, he has a but watch. he doesn't have a phone. No phone. So So the there are watch is like ways. another way That's to a boundary. stay in touch. That's a This is a nice boundary, boundary. Which is great. Yeah. You're not giving Yeah. him the phone to go social media ਤੇ Facebook ਤੇ ਇਹ वो so ਉਹਦੇ ਉੱਤੇ ਸਿਰਫ ਕਮਿਊਨੀਕੇਸ਼ਨ ਲਈ ਬੱਚੇ ਨੂੰ ਘੜੀ ਦਿੱਤੀ ਗਈ ਹੈ ਕਿ ਤੂੰ ਦੱਸ ਕਿੱਥੇ ਆ ਕਦੋਂ ਚੱਕਣਾ ਬਟ ਬਾਕੀ ਸਾਰਾ ਕੁਝ ਤੇਰਾ ਘਰੇ ਆਈਪੈਡ ਤੇ ਹੋਣਾ ਆ ਤੇ ਜਾਂ ਲੈਪਟਾਪ ਤੇ ਸਾਡੇ ਸਾਹਮਣੇ because that way you're showing the kid I mean you know you're showing the kid that I am the parent right and ਉਸ I am the parent ਦੇ ਨਾਲ ਫਿਰ ਦੂਜੀਆਂ ਚੀਜ਼ਾਂ ਵੀ ਆਉਂਦੀਆਂ ਨੇ ਫਿਰ ਤੁਸੀਂ ਉਹਦੇ ਨਾਲ ਇੱਕ ਆਪਾਂ ਗੱਲ ਕਰਦੇ ਹਾਂ ਹੁਣ ਚਲੋ ਟੌਪਿਕਸ ਤਾਂ ਬਹੁਤ ਨੇ ਬਟ ਇਹ ਵੀ ਦੇਖੋ what ਸਾਡੇ ਘਰਾਂ 'ਚ ਹੁਣ ਸਾਡੇ ਟਾਈਮ ਤੇ there was no talk about ਬੱਚਿਓ ਡਰੱਗਸ ਨਹੀਂ ਕਰਨੇ No. ਸ਼ਰਾਬਾਂ ਨਹੀਂ ਪੀਣੀਆਂ forget it No. Sharab was- ਦੀ ਗੱਲ maybe ਹੋਈ ਸੀਗੀ ਥੋੜੀ Sharab ਬਹੁਤ. maybe I feel like when I went to my first dance in university Yeah. which I forced on my dad because my sister would never go and I was like we're going Yeah, so yeah. my dad I remember saying ਕਿ ਕਿਸੇ ਤੋਂ drink ਨਹੀਂ ਲੈਣੀ ਜੋ ਵੀ Yeah. ਪੀਣਾ ਆ ਆਪਣੇ ਆਪ ਉੱਥੋਂ ਜਾ ਕੇ you know Yeah. just to be safe Yeah, that's true. but even Okay. things like you know like again getting into more sort of these sensitive topics like date rape drugs and different things there's so Right. many things out there these conversations were unheard of in our homes to this day I feel like in Punjabi homes these conversations are to be had but they are not had They're not. and that's what we're facing especially in the community like I work with Punjabi Community Health Services which is a great organization their work focuses on getting into these homes and supporting these families like these parents are immigrants their kids are born and raised here and the parents are kind of in the dark imagine our parents 40 years ago were in the dark ਉਦੋਂ ਕੀ ਸਮੇਂ ਸੀ Yeah. no phones no social media ਹੁਣ ਆ parents ਵੇਖੋ with social media phones ਬੱਚੇ ਘਰੇ ਹੁੰਦੇ ਨੇ parents ਨੂੰ english ਨਹੀਂ ਆਉਂਦੀ ਬੱਚੇ ਤੁਰੇ ਫਿਰਦੇ ਨੇ and the parents feel lost and paralyzed and stuck And they're always trying to catch up. they're catching up If trying they to catch can up, even. but they're if they almost can, right? victims to their circumstances Yeah. victims not to their kids but they're victims of that circumstance ਕਿ ਆਪਾਂ ਆਪਣੇ ਬੱਚਿਆਂ ਨੂੰ better life ਦੇਣ ਵਾਸਤੇ ਕੈਨੇਡਾ ਤਾਂ ਪਹੁੰਚ ਗਏ ਆ but ਹੁਣ ਆਪਾਂ ਫਸੇ ਆ our hands are tied Hands are tied. ਨਾ And the kids take advantage. of course take They advantage take and ਉਹਨਾਂ advantage of the advantages ਦੇ gullibility. ਵਿੱਚ ਹੋਰ ਕੁਝ ਬਣ ਜਾਂਦਾ Yeah. ਕਿਉਂਕਿ ਉਹਨਾਂ ਨੂੰ ਇੰਨਾ ਹੁੰਦਾ ਕਿ ਵੀ because they know parents they ਨੂੰ can ਪਤਾ ਹਾਂ They they can know get they away can with get it. away with it ਹਨਾ and because ਉਹ ਡਰ ਨਹੀਂ ਉੱਥੇ so the dar again changing the word dar we're not trying to scare our kids but creating a boundary is a better word boundaries creating a boundary so that the kid knows you're in charge you're the parent you can still be their friend and still have fun with them but at the end of the day you have to be the guiding factor not ulta ਉਹ ਤੁਹਾਨੂੰ guide ਕਰ ਰਹੇ ਆ you know so I always feel like getting to the core of somebody would take a long time. But the point is that if we dissect the nature of substance use, then you're looking at all sorts of issues, which, as you guys mentioned earlier, like you could do an entire other episode on, right? Yeah. Right. I force myself. I use the word force because it's like feeling forced. I force myself. I started with a minute. I'm up to 5 minutes. The other day I sat still I put my phone timer on just to see if I can do it. Phone's on silent. And I can't do anything. I can't move. And do you know how hard that is for me? So you just sit for 5 minutes. I sit for 5 minutes. And then what started happening, I did this without even knowing one day. I'm sitting there meditating. And before I know it, I was doing my leg stretches. And I got up. I was like, wait, how did I get, like, you don't even know that you're like, मैं stretch कर लेनी है. Like, if I'm doing part, I'm like, चल माड़ा जी stretch कर लेनी है because part भी करना है, stretch भी करनी है. This is what ADHD people do. Yeah. And so meditating has been an absolute game changer. And I'm the last, like, people would say, oh, you should meditate. Yeah. It's not No, about like, you don't yeah. need like, oh, you're No, not sitting there. You just have to sit and do nothing. nothing. Yeah. Yeah. Imagine doing nothing. It's so hard for people like us because we're high functioning. We want to save the world, and we do to a degree. But the price you pay, it's, Yeah, it does take a toll. it does take a toll. And I think having a kid obviously slowed me down. Right. But then what problem is when my ADHD started
leaking onto her. Right. It's really not good for a kid to see you be driven by a motor. Sure. Yeah. So now I force her. I'm like, "Itte baith, mere naal. We're going to sit for 2 minutes and we're not going to do Yeah, she's anything." a little, yeah. Yeah. She's a kid though. It's hard. She's a kid, but kids, she's It definitely can- more it prone to starts, it. Absolutely. Because she sees it in me, but genetically, she's just more prone to it because of me. Influence. Like she'll get influenced. Yeah, but way, see me, right? ADHD is a Absolutely. real... It's a You should real try thing. sitting. Just sit. I had to get a nap. Like I don't have ADHD or anything. No. But Sure you meditation. Yeah. Because I found meditation. What do you is use? huge. I use Balance. Yeah. I use It's a great Headspace. app. I use Yeah. Headspace. Headspace is really good. Headspace is good too, Headspace yeah. is really good. So I try to get Headspace, even like mindful commute. Mm-hmm. So if you're driving, you put mindful commute on. Yeah. And they teach you how to be mindful in the car while you're driving. Otherwise, you're on your phone and be like, "Oh, I have to send this email. Oh, I have to..." Like, While driving. You better, of course. And that's another sort of I got addiction, into right? there is an addiction. I got into a bad habit of that to the point where I had to put my phone in my bag because there was too many things going on in my personal life, and I couldn't balance work and personal, and I would start sending emails at red lights, and it got out of hand, and I was like, okay. So then I just dialed it back, right? No one's gonna die. And so in your It's clinic, true, yeah. Nobody's gonna so die. in your clinic, do you like is that type of addiction? So the acid addictions we did though. Huh? Yeah, we see a lot of ADHD stuff. Like I see kids using. I have a couple cases right now. बच्चे school च नहीं focus कर पा रहे, and then well they get evaluated. ਉਹਨਾਂ ਨੂੰ actually that's another thing, you know. ਉਹਨਾਂ ਨੂੰ ਸਿੱਧਾ stimulants ਤੇ ਲਾ ਦਿੰਦੇ ਨੇ. Concerta, Ritalin, Adderall. Like there's no go between. Like again, figure out what's going on in his life, her life. Like why do we have to just jump to ADHD? And I mean, I know those meds, and so I, of course, would exercise caution, but kids don't know any better. Should be up to us to say, well, is there too much going on in your life that you can't focus at school? Like, what's going on in your life, right? So again, medicate. We like to just throw pills at people. It's easier. ਜਿੰਨੇ ਕ ਆਪਣੇ like again ਤੁਹਾਡੀ practice ਦੇ ਵਿੱਚ mostly it's male driven, right? Yeah. I mean, I'm not sure Yeah. what the ratio is between male and female. I would say in the last 8 years, I've had 3 Punjabi women, female addicts in 8 years. in 8 years. So Is this there is an age range for them? I had one lady full on 65-year-old, just femme. 65. Yeah, 65-year-old Okay. Janani. Femme Khandiya, Viche Madikji, Avi Lali, Ovi Lali. Like she was getting into some hard stuff too. She was just really enjoying her life, 65 years old. like single with family. No, like she was a grandma. She's living in a home with her sons and everything. It's pretty interesting. I What was did she like, use what was her reason? Just- reason? basically to escape the reality of the home. Lots of stress in the home, lots of pressure, lots of just chaos. So it had nothing to do with medical. She had some chronic pain started- issues, which she got on Tylenol 3 for, so it was more of a complex case. But eventually, then what happened is the Tylenol 3 wasn't working enough, and then she just started getting in. And so somebody said to her, "Thodi ji feme khala, feme de vich, feme de vich hor kuch nikal aaya," and the next thing you know, she's So same idea. जब आप फीम बारे गल करते हैं, how many of those male you see, the clients you see, truck वाले किन्ने ने? What you Driver say? ਸਾਰੇ ਨੇ ਜਾਂ skip ਦਾ ਹੋਵੇ, Amazon ਦਾ ਹੋਵੇ, taxi driver ਹੋਵੇ ਜਾਂ ਟਰੱਕ ਵਾਲਾ ਹੋਵੇ, majority ਟਰੱਕ ਵਾਲੇ ਨੇ. So I would say ਕਿ ਉਹਦੇ ਵਿੱਚੋਂ 5% ਗਿਣ ਲਓ ਬਾਕੀ ਡਰਾਈਵਰੀ ਦੇ ਕੰਮਾਂ 'ਚ, but they're all drivers. Wow. So ਸਾਡਾ actually this is a good so drivery is good for these guys because ਸਭ ਤੋਂ ਪਹਿਲਾਂ ਇਹ ਆ ਕਿ ਅਗਰ ਤੁਹਾਨੂੰ language barrier ਆ then driving is great because driving ਦੇ ਵਿੱਚ ਆਪਾਂ ਕਿਹਦੇ ਨਾਲ ਗੱਲ ਕਰਨੀ ਆ, ਇਕੱਲੇ ਤਾਂ ਹੈਗੇ ਆ, ਹਨਾ? And so that's one thing ਕਿ ਤੁਸੀਂ hi hello how are you ਪੇਪਰ ਸਾਈਨ ਕਰੋ ਤੇ ਉੱਥੋਂ ਆ ਗਏ, ਰਾਈਟ? ਟਰੱਕਾਂ ਵਾਲਿਆਂ ਦਾ ਕੰਮ ਜਸਟ ਲੋਡ ਛੱਡਣਾ ਚੱਕਣਾ, ਰਾਈਟ? ਸੋ there's not a lot of ਉਹਦੇ 'ਚ ਕਮਿਊਨੀਕੇਸ਼ਨ ਬਹੁਤ ਘੱਟ ਆ. ਐਂਡ ਜੇ ਤੁਸੀਂ ਟਰੱਕ 'ਚ ਆ ਤੁਸੀਂ ਕੀ ਕਰਨਾ ਆ, ਤੁਸੀਂ ਫੋਨ ਤੇ ਲੱਗੇ ਜਾਣਾ ਆ, ਤੁਸੀਂ ਆਪਣੇ ਫੋਨ ਤੇ ਆਪਣੇ ਟੀਮਾਂ ਨਾਲ ਲੱਗੇ ਆ, ਉਹ ਵੀ ਸਾਰੇ ਆਪਣੇ ਆ, ਹਨਾ? ਸੋ ਇੰਡਸਟਰੀ ਇਸ ਕਰਕੇ ਬਹੁਤ ਇਸ ਚੀਜ਼ 'ਚ ਪਿਕਅਪ ਹੋਈ ਆ. ਹੁਣ ਸਾਡੇ ਕੋਲ ਟਰੱਕ ਵਾਲੇ ਝਿਜਕ ਕੇ ਆਉਂਦੇ ਨੇ, ਕਿਉਂ? ਬਿਕਾਜ਼ ਉਹ ਨਰਵਸ ਨੇ, ਉਹਨਾਂ ਨੂੰ ਇਹ ਡਰ ਆ ਕਿ ਆਪਾਂ ਲਾਇਸੈਂਸ ਚੱਕ ਲਈਏ. ਲਾਇਸੈਂਸ ਸੋ ਇਸ ਚੀਜ਼ ਤੇ ਸਟਿਗਮਾ ਆ. ਦੇਖੋ ਆਪਾਂ ਇਟਸ ਅ ਵੈਰੀ ਬਹੁਤ ਕਲੀਅਰ ਗੱਲ ਆ ਕਿ ਆਪਾਂ ਜਦੋਂ ਕੋਈ ਇਲਾਜ ਵਾਸਤੇ ਆਉਂਦਾ ਨਾ, ਆਪਾਂ ਉਹਨੂੰ ਉਸ ਚੀਜ਼ ਲਈ ਪਨਿਸ਼ ਨਹੀਂ ਕਰਾਂਗੇ. ਆਪਾਂ ਇਹ ਨਹੀਂ ਆਖਾਂਗੇ ਕਿ ਭਾਈ ਹੁਣ ਤੇਰਾ ਲਾਇਸੈਂਸ ਚੱਕਿਆ ਜਾਣਾ, ਤੂੰ ਤਾਂ ਇਲਾਜ ਕਰਾਉਣਾ ਆ, ਆਪਾਂ ਤੇਰੀ ਲਾਈਫ ਖਰਾਬ ਕਰਨੀ ਆ. ਇੱਦਾਂ ਨਹੀਂ ਹੁੰਦਾ. ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਉਹਦੀ ਲਾਈਫ ਉਹਨੂੰ ਵਾਪਸ ਦੇਣੀ ਆ. ਸੋ ਆਪਾਂ ਉਹਦਾ ਕੰਮ ਥੋੜ੍ਹੀ ਰੋਕਾਂਗੇ, ਆਪਾਂ ਤੁਹਾਨੂੰ ਆਖਾਂਗੇ ਕਿ ਤੂੰ ਜਾ ਕੰਮ ਤੇ. ਸੋ ਵਟ ਕੈਨ ਵੀ ਡੂ, ਆਪਾਂ ਉਹਦੀ ਕਿੱਦਾਂ ਹੈਲਪ ਕਰ ਸਕਦੇ ਹਾਂ? ਕਿਉਂਕਿ ਦੇਖੋ ਡਰਾਈਵਿੰਗ ਦੇ ਵਿੱਚ ਨਸ਼ੇ ਕਰਨਾ ਇਹ ਤਾਂ ਸਭ ਤੋਂ ਮਾੜੀ ਚੀਜ਼ ਆ. ਨਸ਼ੇ ਕਰਕੇ ਬੰਦਾ ਪਿੱਛੇ it's very influence driving right now, especially right now, especially in Canada, the snow the way you do, and you're high or you're well, you see it too, right? You see all the social media videos on ਕਿੰਨੇ ਵੀਡੀਓਜ਼ ਹੁੰਦੇ the ਨੇ ਨਾ. trucks and stuff. I mean, some of it is weather related, sure. Yeah.
but then some of the you really have to bad question ones, ਕਿ ਉਹਨਾਂ ਚੀਜ਼ਾਂ ਵਿੱਚੋਂ ਕਿੰਨੇ ਕੁ ਬੰਦੇ ਨਸ਼ਿਆਂ ਤੇ ਆ ਹਨਾ yeah What about the ਜਦੋਂ ਕੋਈ ਤੁਹਾਡੇ ਕਲੀਨਿਕ ਚ ਆਉਂਦਾ like if a guy comes in, yeah how much of the time ਕਿ ਉਹਨਾਂ ਦੀ family ਵੀ ਨਾਲ ਹੁੰਦੀ ਹੈ or like the family is involved? Oh, I mean, yeah, I had a guy walk in today with his whole family, his wife, his kid, so it's for us, it's a little bit about okay, like why is the 5-year-old in the room? Right. Let's get the 5-year-old out of the picture. Out of He the doesn't room, need to be in the room. I mean, again, this is that boundary thing, right? What should your 5-year-old be hearing and not hearing? So, getting the wife and the kid out of the room first, they were there with him. They were probably just in the area because it was a walk-in, right? So, chalo udhar di ho janne aa, doctor nu mil lenne aa, but they obviously didn't understand that's a very long drawn-out process. A lot of the time, these days now, I think we are starting to ਆਪਾਂ stigma ਘਟਾ ਰਹੇ ਹਾਂ ਆਪਾਂ ਜਨਤਾ ਨੂੰ ਇਹ ਸਮਝਾ ਰਹੇ ਹਾਂ ਇਟਸ ਓਕੇ ਸਾਡੇ ਕੋਲ ਇਲਾਜ ਵਾਸਤੇ ਆਓ ਸ਼ੁਰੂ 'ਚ ਆਈ ਵੁੱਡ ਸੇ ਜ਼ਿਆਦਾ ਸਾਡੇ ਕੋਲ ਜਨਾਨੀਆਂ ਆਉਂਦੀਆਂ ਸੀ ਦ ਮॉम्स ਜਿਹੜੀਆਂ ਭੈਣਾਂ ਨੇ ਘਰਾਂ 'ਚ ਵਾਈਫਸ ਨੇ ਉਹਨਾਂ ਦੀਆਂ ਘਰ ਵਾਲੀਆਂ ਉਹੋ ਹੀ ਆਉਂਦੀਆਂ ਸੀ ਬੰਦੇ ਘਰੇ ਬੈਠੇ ਆ ਦੱਸੋ ਹੁਣ ਤੁਸੀਂ ਕਿ ਬੰਦਿਆਂ ਦਾ ਇਲਾਜ ਬੰਦੇ ਦਾ ਹੋਣਾ ਤੇ ਬੰਦਾ ਘਰੇ ਬੈਠਾ That's just ਬਿਕਾਜ਼ ਜਿਹੜੇ ਘਰ 'ਚ ਬਾਕੀ ਇਨਸਾਨ ਨੇ ਨਾ ਉਹ ਨਸ਼ੇ ਤੋਂ ਪਰੇਸ਼ਾਨ ਨੇ ਨਸ਼ੇ ਵਾਲਾ ਘੱਟ ਪਰੇਸ਼ਾਨ ਆ ਕਿਉਂਕਿ ਉਹ ਤਾਂ ਨਸ਼ੇ 'ਚ ਹੁੰਦਾ ਹੈ ਨਾ ਉਹ ਇੱਕ ਹਿਸਾਬ ਦਾ ਟੱਲੀ ਆ ਉਹ ਪਾਸੇ ਆ ਬਾਕੀ ਸਾਰਾ ਪਰਿਵਾਰ ਇਜ਼ ਲਾਈਕ ਆ ਕੀ ਬਣ ਗਿਆ ਹੈ ਨਾ ਬਾਕੀ ਸਾਰੇ ਪਰਿਵਾਰ ਨੇ ਘਰ ਨਹੀਂ ਚਲਾਉਣਾ ਰਾਈਟ ਖਰਚਾ ਕਿੱਥੋਂ ਆਉਣਾ ਸੋ ਬਾਕੀ ਪਰਿਵਾਰ ਘਰ ਚਲਾਉਣ ਤੇ ਆ ਤੇ ਉਹ ਬੰਦਾ ਨਸ਼ਿਆਂ ਦਾ ਕਰਕੇ ਘਰ ਉਜਾੜਨ ਤੇ ਆ ਡਾਇਰੈਕਟਲੀ ਨਹੀਂ ਆ ਚਲੋ ਇਨਡਾਇਰੈਕਟਲੀ ਹੋ ਗਿਆ ਫਸਿਆ ਆ ਜੋ ਵੀ ਆ ਸੋ ਦੈਨ ਵੀ ਯੂਜ਼ਡ ਟੂ ਹੈਵ ਫੈਮਿਲੀ ਜ਼ਿਆਦਾ ਹੁੰਦੀ ਆ ਹੁਣ ਕੀ ਹੋ ਰਿਹਾ ਕਿ ਫੈਮਿਲੀ ਉਸ ਬੰਦੇ ਨੂੰ ਸੋਫੀ ਕਰਕੇ ਸਾਡੇ ਤੱਕ ਲੈ ਆਉਂਦੀ ਆ ਹੁਣ ਆਪਾਂ ਇਸ ਜਗ੍ਹਾ ਤੱਕ ਆ ਗਏ ਹਾਂ ਕਿ ਪੇਸ਼ੈਂਟਸ ਖੁਦ ਬ ਖੁਦ ਸੱਚ ਕਹਿੰਦੇ ਨੇ ਕਿ ਸਾਨੂੰ ਇਸ ਚੀਜ਼ 'ਚੋਂ ਕੱਢੋ ਕਿਉਂਕਿ ਉਹਨਾਂ ਦੀ ਫੈਮਲੀਜ਼ ਇਫੈਕਟ ਹੋ ਰਹੀਆਂ ਰਾਈਟ ਬਹੁਤ ਵਧਿਆ ਅਸਰ ਹੋ ਰਿਹਾ ਲੋਕਾਂ ਦੀਆਂ ਮੌਰਗੇਜਾਂ ਨਹੀਂ ਜਾ ਰਹੀਆਂ ਯਾਰ ਅਗਰ ਬੰਦਾ ਹਿਸਾਬ ਲਾ ਲਓ ਕਿ ਅਗਰ ਟਰੱਕ ਵਾਲਾ ਇੱਕ ਘਰ 'ਚ ਕੰਮ ਕਰ ਰਿਹਾ ਤੇ ਵੋਟੀ ਤੇ ਬੱਚੇ ਘਰੇ ਨੇ ਐਂਡ ਉਹਦੇ ਸਿਰ ਤੇ ਨੇ ਤੇ ਉਹ ਹੀ ਨਹੀਂ ਕੰਮ ਕਰ ਸਕਦਾ ਬਿਕਾਜ਼ ਉਹ ਨਸ਼ੇ ਕਰਦਾ ਆ ਘਰ ਤੋਂ ਉੱਥੇ ਖਲੋ ਗਿਆ ਨਾ ਇਟਸ ਡਨ ਰਹਿੰਦਾ ਇੱਕ ਦੋ ਮਾਂ ਪਿਓ ਪਿੱਛੋਂ ਆ ਗਿਆ ਉਹਨਾਂ ਦੇ ਵੀਜ਼ੇ ਉਹਨਾਂ ਦੇ ਖਰਚੇ ਰਾਈਟ and obviously and this is like ਘਰ ਦੀ ਕਹਾਣੀ right now ਆਪਣੇ community ਦੇ ਵਿੱਚ everybody has to call everybody from back home even if it's your ਬਜ਼ੁਰਗ ਮੰਮੀ ਡੈਡੀ ਤੇ ਇਹ ਵੀ ਪ੍ਰੈਸ਼ਰ ਦੇਖੋ ਉਹਨਾਂ ਨੂੰ ਬੁਲਾ ਲਓ ਹਾਂ ਸੋ ਆਪਾਂ ਫਿਰ ਆਨੇ ਆ ਕਿ ਟਰੱਕ ਵਾਲੇ ਨਸ਼ਾ ਕਾਤੋਂ ਕਰਦੇ ਆ ਜਾਂ ਆਮ ਤੌਰ ਤੇ ਇਨਸਾਨ ਨਸ਼ਾ ਕਾਤੋਂ ਕਰਦੇ ਆ ਫੋਰਗੇਟ ਟਰੱਕ ਵਾਲੇ ਇਨ ਜਨਰਲਾਈਜ਼ ਕਰੋ ਇਸ ਚੀਜ਼ ਨੂੰ ਦੇਖੋ ਉਹਨਾਂ ਦਾ ਪ੍ਰੈਸ਼ਰ ਕਿੰਨਾ ਆ ਘਰ ਵੀ ਲੈ ਲਿਆ ਗੱਡੀਆਂ ਵੀ ਲੈ ਲਈਆਂ ਨੇ ਵੋਟੀ ਵੀ ਆ ਗਈ ਆ ਬੱਚੇ ਵੀ ਆ ਗਏ ਆ ਉਹ ਹਲੇ ਆਏ ਨਹੀਂ ਆ ਤੇ ਉਹਨਾਂ ਨੂੰ ਪਿੱਛੋਂ ਬੁਲਾ ਲਓ ਉਹਨਾਂ ਨੂੰ ਬੁਲਾਉਣਾ ਉਹਨਾਂ ਦੇ ਵੀਜ਼ੇ ਭਰਨੇ ਖਰਚੇ ਦੇਣੇ ਫਿਰ ਉਹਨਾਂ ਦੀ ਹੈਲਥ ਇੰਸ਼ੋਰੈਂਸ ਕਰਨੀ ਗੱਲ ਕਿੱਥੋਂ ਤੱਕ ਜਾਂਦੀ ਆ ਇੱਕ ਬੰਦਾ ਆ ਉਹ ਵੀ ਅਕਸਰ ਬੰਦਾ ਹੀ ਆ ਇਨਸਾਨ ਹੀ ਉਹ ਵੀ ਇਹ ਇਨਸਾਨ ਆ ਉਹ ਕਿੰਨਾ ਇਹ ਲੇਬਰ ਦਾ ਕੰਮ ਆ ਯਾਰ ਲੁੱਕ ਐਟ ਟਰੱਕ ਵਾਲਿਆਂ ਦੀ ਆਮਦਨ ਲੁੱਕ ਐਟ ਉਹਨਾਂ ਦੇ ਕੈਸ਼ ਫਲੋ ਸੋ ਉਹ ਕਿੱਦਾਂ ਸਹਿਣ ਉਹ ਇਹ ਸਾਰਾ ਸਟ੍ਰੈਸ ਕਿੱਦਾਂ ਸਹਿਣ ਸੋ ਆਪਾਂ ਘੁੰਮ ਘੁਮਾ ਕੇ ਉੱਥੇ ਹੁੰਦੇ ਆ ਜਾਂ ਤਾਂ ਇਹਨਾਂ ਇਨਸਾਨਾਂ ਨੂੰ ਸਮਝਾਇਆ ਜਾਵੇ ਇਹਨਾਂ ਪਰਿਵਾਰਾਂ ਨੂੰ ਸਮਝਾਇਆ ਜਾਵੇ ਕਿ ਯਾਰ ਜਿਸ ਤਰ੍ਹਾਂ ਤੁਸੀਂ ਚੱਲ ਰਹੇ ਆ ਨਾ ਇਹ ਇੰਨਾ ਸਹੀ ਨਹੀਂ ਆ ਰਾਈਟ ਇੰਨੇ ਪ੍ਰੈਸ਼ਰਸ ਨਾ ਰੱਖੋ ਆਪਣੇ ਤੇ ਪਿੱਛੋਂ ਵੀ ਬੁਲਾਉਣਾ ਆ ਵੀ ਕਰਨਾ ਆ ਉਹ ਵੀ ਕਰਨਾ ਆ ਸੇਜ ਕ੍ਰੀਕ ਵਿੱਚ ਘਰ ਵੀ ਲੈਣਾ ਆ ਤੇ ਗੱਡੀਆਂ ਵੀ ਦੋ ਥੱਲੇ ਚਾਹੀਦੀਆਂ ਨੇ ਵਾਈ ਯਾ ਬਟ ਆਪਣੇ ਪੰਜਾਬੀ ਕਲਚਰ ਇਹ ਸੋਸਾਇਟੀ ਨੇ ਸਾਨੂੰ ਇਹ ਚੀਜ਼ਾਂ it is materialistic and especially I mean we're not even immune to this but there's a balance right we don't have 6 people living in our houses so then you can maybe spend more on certain things right but I mean Punjabis are like they ਉਹਨਾਂ ਨੂੰ ਲੋੜ ਹੈ to show the ਗੱਡੀ the car that's a big that's a big part of it ਇਹ ਸਾਡੇ ਸਮਾਜ ਨੇ ਸਾਨੂੰ obviously ਕੁਝ ਹੱਦ ਤੱਕ ਸਿਖਾਇਆ ਆ ਹੁਣ ਤੁਸੀਂ ਬਾਹਰ ਗਏ ਆ ਫਰਕ BMW ਨਹੀਂ ਤੁਸੀਂ ਹਲੇ ਮਰਸੀਡੀਜ਼ ਨਹੀਂ ਰੱਖੀ ਸੀ ਇਹ ਹੈਗਾ it's true though and it's like ਉਹ ਬਾਅਦ ਆਇਆ ਇਹ ਮੇਰੇ ਆਫਿਸ ਚ ਆਏ ਦਿਨ ਆ ਉਹ 5 ਸਾਲ ਪਿੱਛੇ ਆਇਆ ਉਹਨੇ ਤਾਂ ਕਾਰ ਲੈ ਲਈ ਆ ਮੈਨੂੰ 7 ਸਾਲ ਹੋ ਗਏ ਆ ਮੈਂ ਤਾਂ ਕਾਰ ਵੀ ਨਹੀਂ ਲਈ ਜਿਹੜਾ ਆਪਾਂ ਦੂਜਿਆਂ ਨਾਲ ਕੰਪੈਰੀਜ਼ਨ ਕਰਦੇ ਆ ਨਾ ਉੱਥੇ ਆਪਾਂ ਮਾਰ ਖਾਂਦੇ ਆ the compete level with Punjabi is levels look at weddings look at the perfect I don't know what's going on ਇੱਕ ਐਪੀਸੋਡ ਹੁੰਦੇ ਤੇ ਕਰਨਾ wedding ਨੂੰ ਤੇ ਐਪੀਸੋਡ ਕਰਨਾ ਹੈ ਕਿਉਂਕਿ ਪੰਜਾਬੀ weddings right now are crazy like 200 ਇੱਕ reception like $250,000 oh my word $250,000 like just when ਇੱਥੇ ਆਪਾਂ convention center ਕਰਦੇ ਆ ਨਾ is $90,000 for just the rent and statistically it's 65 to 70% failure rate I mean ਜੇ ਤੁਸੀਂ ਕਿਸੇ ਨੂੰ ਕਹੋਗੇ ਨਾ ਕਿ you know enter this business with a 70% failure rate who would do it but ਅਜੇ ਵਿਆਹ ਦੇ ਵਿੱਚ it's like ਅੱਖਾਂ ਬੰਦ ਕਰਕੇ ਤੁਰੀ ਜਾਓ for no reason so you know like you said it's a separate topic the marriage issue is another issue ਸਾਡੇ ਘਰਾਂ ਦੇ ਵਿੱਚ you know ਆਪਾਂ 26-30 ਸਾਲ ਤੱਕ ਚਾਹੁੰਦੇ ਆ ਕਿ ਬੰਦਾ ਵਿਆਹ ਜਾਵੇ
ਤੇ 30 ਉਮਰ ਤੋਂ ਬਾਅਦ ਤਾਂ ਬੱਚੇ ਹੋਣੇ ਚਾਹੀਦੇ ਆ। ਇਹ ਜਿਹੜਾ ਆਪਾਂ ਫਾਰਮੂਲਾ ਬੱਚਿਆਂ ਨੂੰ ਸਿਖਾ ਰਹੇ ਆ ਨਾ, I mean, again, my opinion will vary on this, others will be different, but that's an issue in and of itself. ਤੁਸੀਂ ਬੱਚਿਆਂ ਨੂੰ ਛੋਟੀਆਂ ਉਮਰ 'ਚ ਵਿਆਹ ਕੇ ਉਹਨਾਂ ਤੋਂ ਜਿਹੜੀਆਂ ਐਕਸਪੈਕਟੇਸ਼ਨਸ ਕ੍ਰੀਏਟ ਕਰ ਰਹੇ ਆ, ਉਹ ਇਨਸਾਨ ਖੁਸ਼ ਨਹੀਂ ਆ, ਫਿਰ ਉਹਨਾਂ ਵਿੱਚੋਂ ਹੋਰ ਗੱਲਾਂ ਤੁਰ ਪੈਂਦੀਆਂ ਨੇ। Yeah, it's true. Again, whole other line of discussion here, right? Right. So And that's why ਆਪਾਂ ਇੱਕ ਹੋਰ ਐਪੀਸੋਡ ਉਹਦਾ ਸੈਪਰੇਟ ਰੱਖਾਂਗੇ। Wedding episode is wedding is on its episodes own. and actually just age of marriage, like I just Yeah. all of it, I feel like what is the deal with that? And that actually comes back to, you know, I have some patients ਸਾਡੇ ਕੋਲ presentation ਇਸ ਕਰਕੇ ਕਰਦੇ ਨੇ, ਯਾਰ ਮੇਰੇ ਘਰ 'ਚ ਟੈਨਸ਼ਨ ਬਹੁਤ ਆ, ਮੈਂ ਸ਼ਰਾਬ ਪੀਣ ਲੱਗ ਪਿਆ ਬਿਕਾਜ਼ ਮੈਨੂੰ ਵਿਆਹ ਦਾ ਪ੍ਰੈਸ਼ਰ ਬੜਾ। ਸੀ ਦੇਖੋ ਗੱਲ ਕਿੱਥੋਂ ਤੱਕ ਜਾਂਦੀ ਆ। ਜਦੋਂ ਵੋਟੀ ਘਰੇ ਹੁੰਦੀ ਹੈ ਉਦੋਂ ਪ੍ਰੈਸ਼ਰ ਜ਼ਿਆਦਾ ਕਿ ਵਿਆਹ ਤੋਂ ਪਹਿਲਾਂ? ਵਿਆਹ ਤੋਂ ਪਹਿਲਾਂ ਪ੍ਰੈਸ਼ਰ ਜ਼ਿਆਦਾ ਆ, ਬਿਕਾਜ਼ ਵਿਆਹ ਕੀਤਾ ਨਹੀਂ, ਜਾਂ ਮੈਂ ਨਾ ਕੀਤੀ ਆ, ਜਾਂ ਮੈਂ ਯੂ ਨੋ ਲਾਈਕ 26-27 ਸਾਲ ਦਾ ਹੋ ਗਿਆ, ਮੇਰਾ ਹਾਲੇ ਵਿਆਹ ਨਹੀਂ ਹੋਇਆ, ਉਹ ਆਉਂਦੇ ਨੇ ਪਿੱਛੇ ਜਾ ਕੇ ਵਿਆਹ ਕਰਾ ਲਾ। ਫਿਰ ਘਰਾਂ ਵਾਲੇ ਕੀ ਕਰਦੇ ਨੇ ਕਿ ਅਰੇਂਜ ਮੈਰਿਜ ਕਰ ਦਿੰਦੇ ਨੇ, ਪਿੱਛੋਂ ਕੋਈ ਕੁੜੀ ਆ ਜਾਂਦੀ ਆ। That's just the worst. I don't know what's going on. That recipe is just, it's a disastrous recipe. You know, okay, solution ਦੱਸਾਂ ਕਿ the reason is ਲੋਕ ਕੀ ਕहेंगे। Loki is a big ਲੋਕੀ ਕੀ ਕहेंगे। Loki is a big Okay, thing. so we're coming back to Loki, which is society. Yeah. What does, again, Punjabis in the comparison, Loki ਕੀ ਆਖਣਗੇ, ਤੂੰ ਤੇ ਇੰਨੀ ਉਮਰ ਦਾ ਹੋ ਗਿਆ, ਤੂੰ ਵਿਆਹ ਨਹੀਂ ਕੀਤਾ, ਤੇਰਾ ਵਿਆਹ ਨਹੀਂ, ਤੈਨੂੰ Same ਕੁੜੀ thing. ਪਸੰਦ ਨਹੀਂ ਕਰਦੀ। But it's, you your know, problem. ਇੱਕ ਚੀਜ਼ it's interesting because ਇੱਕ ਪਾਸੇ ਤੁਸੀਂ ਆਖਣ ਦੇ ਕਿ ਲੋਕੀ ਕੀ ਆਖਣਗੇ ਜਦੋਂ ਤੁਹਾਡਾ ਵਿਆਹ ਨਹੀਂ ਹੋਇਆ, but ਜਦੋਂ ਤੁਸੀਂ ਕੋਈ ਉਲਟੇ ਕੰਮ ਕਰਨੇ ਉਦੋਂ ਨਹੀਂ ਲੋਕਾਂ ਦੀ ਪਰਵਾਹ ਹੁੰਦੀ। Yeah. So I don't understand that. That's such a double standard. It's Huge just this double weird standard. double standard because ਜਦੋਂ ਆਪਾਂ ਪੁੱਠੇ ਕੰਮ ਕਰਦੇ ਆ, ਜਦੋਂ ਆਪਾਂ ਸ਼ਰਾਬਾਂ ਪੀ ਕੇ ਐ ਹੋ ਜਾਂਦੇ ਆ, ਉਦੋਂ ਨਹੀਂ ਲੋਕੀ ਸਾਨੂੰ ਕੁਛ ਆਂਦੇ, ਰਾਈਟ? ਬਟ ਦੂਜੀਆਂ ਚੀਜ਼ਾਂ 'ਚ ਲੋਕੀ ਸਾਨੂੰ ਕੁਛ ਆਖਣਗੇ। It's like selective. I feel like ਪੰਜਾਬੀ ਬੰਦਿਆਂ 'ਚ ਉਹ ਜਿਹੜੀ and maybe not the ones ਜਿਹੜੇ ਇੱਥੋਂ ਜੰਮੇ ਪਲੇ ਆ, that's a different thing. I mean there's so many different things sure. here, right? But I think we're talking mostly about the ones that are coming from Punjab. Yes. I think ਉਹਨਾਂ ਦੇ ਵਿੱਚ it's also an independent thing. They don't like staying alone. Like, just get me married. Some of them are like that Oh, too. yeah, ਮੇਰਾ yeah. ਵਿਆਹ ਕਰ ਦੋ. I don't care. ਮੈਨੂੰ ਇੱਥੇ ਕੋਈ ਨਹੀਂ ਲੱਭਣਾ, ਮੇਰਾ ਵਿਆਹ ਕਰ ਦੋ. So the parents are almost like, ਚਲੋ ਫਿਰ ਠੀਕ ਆ, ਵਿਆਹ ਕਰ ਲਓ. And then it just snowballs. Yeah. Because again, it goes back to coping. Yeah. ਜਦੋਂ ਫਿਰ ਵਿਆਹ ਹੋ ਜਾਂਦਾ, ਫਿਰ ਉਹਦੇ ਨਾਲ ਟੈਨਸ਼ਨ ਆ ਜਾਂਦੀਆਂ ਨੇ, right? And he doesn't so ਫਿਰ know ਉਹ her. ਵਿਆਹ ਨਹੀਂ ਰਹਿੰਦਾ, Yeah. and then ਉਹ ਫਿਰ ਕੁੜੀ ਨੂੰ ਨਹੀਂ ਜਾਣਦਾ, or maybe he does. It just becomes this whole other ball of expectations. ਫਿਰ ਉਹ ਵਿਆਹ ਉਹ ਨਹੀਂ ਹੁੰਦਾ ਜਿਹੜਾ ਆਪਾਂ ਸੋਚਿਆ ਸੀ, ਫਿਰ ਆਪਾਂ ਉਹ ਕਰਕੇ ਪਛਤਾਉਂਦੇ ਆ। ਨਹੀਂ ਕਰਨਾ ਸੀਗਾ ਮੈਂ, all those things. Yeah. ਤੇ ਫਿਰ ਉੱਥੇ ਲੜਾਈਆਂ ਸ਼ੁਰੂ ਹੁੰਦੀਆਂ ਨੇ, ਤੇ ਆਮ ਤੌਰ ਤੇ ਉਹਨਾਂ ਦੋਨਾਂ ਕਪਲਸ ਦੇ ਵਿੱਚ the ਬੰਦਾ is more likely to use statistically. And that's how they end up. That's how they end up. Yeah. So it starts with ਚਲੋ ਘਰਾਂ 'ਚ ਸ਼ਰਾਬ ਹੁੰਦੀ ਹੈ, ਸ਼ਰਾਬ ਤਾਂ ਹਰ ਘਰ 'ਚ ਹੁੰਦੀ ਹੈ, ਰਾਈਟ? ਸੋ ਪਿੱਛੇ ਵੀ ਉਹੀ ਦੇਖ ਰਹੇ ਸੀ, ਚਲੋ ਸ਼ਰਾਬ ਨਾਲ ਮਾੜਾ ਮੋਟਾ ਸਟਾਰਟ ਕਰ ਲਿਆ, ਚੱਲ ਫਰੈਂਡਾਂ ਦੇ ਨਾਲ ਚਲੇ ਗਏ, ਚੱਲ ਹੁਣ ਕੰਮ ਤੋਂ ਆਏ ਥੱਕੇ ਆ, ਚੱਲ ਸੋਮਵਾਰ ਆ ਇਟਸ ਓਕੇ ਇੱਕ ਪੈਗ ਲਾ ਲੈਂਦੇ ਆ, ਦੈਨ ਉਹ ਹਫਤੇ 'ਚ ਸਟਾਰਟ ਹੋ ਜਾਂਦੀ ਆ, ਫਿਰ ਐਵਰੀ ਡੇ ਸਟਾਰਟ ਹੋ ਜਾਂਦੀ ਆ, ਰਾਈਟ? ਐਂਡ ਜਦੋਂ ਕੋਲੈਸਟਰੋਲ ਆ ਗਈ ਜਾਂ ਹੋਰ ਕੋਈ ਤਕਲੀਫ ਆ ਗਈ, ਸਾਡੇ ਕੋਲ ਪਹੁੰਚ ਜਾਂਦੇ ਨੇ। ਸਾਡੇ ਕੋਲ ਤਾਂ ਨੋਰਮਲੀ ਉਦੋਂ ਪਹੁੰਚਦੇ ਨੇ ਜਦੋਂ ਘਰਦਿਆਂ ਨੇ ਕੁਛ ਕਿਹਾ, ਤੇ ਜਾਂ ਉਹਨਾਂ ਨੂੰ ਖੁਦ ਬੋਡੀ 'ਚ ਸਰੀਰ 'ਚ ਕੁਛ ਫੀਲ ਹੋ ਰਿਹਾ। I guess one question is what's the root of it? Is the root like starting from the old generation? Is that the root of the cause here? Yeah, I think it goes back to, I think it just goes back to what I talked about earlier. What we've seen through generations is just use of substances. Feme ਭਾਵੇਂ medicinal ਸੀ, ਆਪਾਂ ਵਰਤੀ ਤਾਂ ਹੈਗੀ ਹੈ ਨਾ। ਸੋ ਹੁਣ ਜਿਹੜੇ ਹੁਣ ਕੋਵਿਡ 'ਚ ਕੀ ਹੋਇਆ, ਜਿਹੜੇ ਬਜ਼ੁਰਗ ਪਿੱਛੇ ਇੰਡੀਆ 'ਚ ਫੀਮ ਖਾਂਦੇ ਸੀ, ਚਲੋ ਉੱਥੋਂ ਤਾਂ ਉਹਨਾਂ ਨੂੰ ਮੰਨ ਲਓ ਪਿਓਰ ਮਿਲਦੀ ਸੀ, ਹੁਣ ਇੱਥੇ ਆ ਗਏ ਨੇ, ਕੋਵਿਡ 'ਚ ਫਸ ਗਏ, ਨਾ ਵਾਪਸ ਜਾਣ ਜੋਗੇ ਤੇ ਨਾ ਇੱਥੇ ਫੀਮ ਲੱਭਣ ਜੋਗੇ। ਸੋ ਉਹਨਾਂ ਨੇ ਕੀ ਕੀਤਾ, ਜਿਹੜੀ ਮਿਲੀ ਉਹ ਖਾ ਲਈ, ਤੇ ਉਹ ਤਾਂ ਪਿਓਰ ਫੀਮ ਹੈ ਨਹੀਂ ਆ। ਸੋ ਦੈਟ ਉਹ ਚਲੋ ਬਜ਼ੁਰਗ ਨੇ, ਉਹਨਾਂ ਨੇ ਫੀਮ ਕਿਸੇ ਵਜ੍ਹਾ ਤੋਂ ਵਰਤੀ ਆ, ਉਹਨਾਂ ਦੇ ਨਾਲ ਨਾਲ ਲੋਕਾਂ ਨੇ ਸ਼ਰਾਬਾਂ ਵੀ ਪੀਤੀਆਂ ਨੇ, ਅਗੇਨ ਕਿਸੇ ਵਜ੍ਹਾ ਤੋਂ, ਰਾਈਟ? ਘਰ ਦੀ ਸ਼ਰਾਬ ਹੋ ਗਈ, ਜਿਹੜੀਆਂ ਚੀਜ਼ਾਂ ਐਕਸੈਸ, ਇਟਸ ਅਬਾਊਟ ਐਕਸੈਸ। ਸੋ ਇਹਨਾਂ ਘਰਾਂ 'ਚ ਉਸ ਟਾਈਮ ਤੇ ਇਟ ਵਾਜ਼ ਈਜ਼ੀ। ਡਾਕਟਰ ਤੇ ਕੋਲ ਕਿਉਂ ਜਾਣਾ ਜਦੋਂ ਘਰ 'ਚ ਫੀਮ ਆ, ਘਰ 'ਚ ਸ਼ਰਾਬ ਆ, ਜਸਟ ਯੂਜ਼ ਇਟ। ਸੀ ਅਗਰ ਤੁਸੀਂ ਖੁਦ ਦਾ ਇਲਾਜ ਕਰ ਸਕਦੇ ਆ, ਤੇ ਉਹ ਵੱਧਦੀ ਗੱਲ ਕਿੱਥੋਂ ਤੱਕ ਆ ਗਈ। ਆਪਾਂ ਆਪਣੇ ਬੱਚਿਆਂ ਨੂੰ, ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ, ਮਾੜਾ ਜਿਹਾ ਪੈਗ ਲਾਇਆ, ਚੱਲ ਮੁੰਡੇ ਨੂੰ ਵੀ ਨਾਲ ਬਿਠਾ ਲਿਆ, ਆਪਾਂ ਆਪਣੇ ਬੱਚਿਆਂ ਨੂੰ ਦਿਖਾ ਰਹੇ ਹਾਂ, ਸਿਖਾ ਰਹੇ ਹਾਂ ਕਿ ਇਹ ਕਰੋ, ਕਰ ਸਕਦੇ ਆ। ਰਾਈਟ? ਹੁਣ ਆਪਾਂ ਨੂੰ ਕੀ ਸਿਖਾਇਆ ਗਿਆ ਸੀ, ਪੜ੍ਹੋ ਪੜ੍ਹੋ ਪੜ੍ਹੋ, ਤੇ ਆਪਾਂ ਪੜ੍ਹ ਕੇ ਪਾਗਲ ਹੋ ਗਏ ਆ, ਹਨਾ? Yeah, study was number one. ਸਾਡਾ ਤਾਂ ਐਵਰੀਥਿੰਗ, ਲਾਈਕ ਸਾਨੂੰ ਤਾਂ ਐਕਸਟਰਾ ਕਰਿਕੂਲਰ, ਸਾਨੂੰ ਤਾਂ ਸੌਕਰ, ਇਹਨਾਂ ਐਕਟੀਵਿਟੀਜ਼ ਤੋਂ ਵੀ ਰੋਕਿਆ ਜਾਂਦਾ ਸੀ ਕਿ ਪੜ੍ਹੋ।
ਸੋ ਇਟਸ ਅਬਾਊਟ ਆਪਾਂ ਨੂੰ ਕੀ ਸਿਖਾਇਆ ਗਿਆ, ਹੁਣ ਆਪਾਂ ਨੂੰ ਉਹ ਸਿਖਾਇਆ ਗਿਆ ਸੋ ਆਪਾਂ ਕੀਤਾ। ਸੋ ਅੱਜ ਕੱਲ੍ਹ ਦੇ ਬੱਚਿਆਂ ਨੂੰ ਜੋ ਸਿਖਾਇਆ ਗਿਆ ਉਹੀ ਕਰਨਗੇ। ਸੋ ਇਟ ਕਮਸ ਬੈਕ ਟੂ ਦੈਟ, ਇਹ ਜਨਰੇਸ਼ਨਲ ਆ ਮੇਰੇ ਹਿਸਾਬ ਨਾਲ। ਸਬਸਟੈਂਸ ਯੂਜ਼ ਇਨ ਪੰਜਾਬੀਜ਼ is a generational thing. It's being passed down in the generations. ਆਪਾਂ ਉਹ ਜਨਰੇਸ਼ਨ ਦਾ ਕੱਟ ਆਫ ਐਂਡ ਬਦਲਾਵ ਕਦੋਂ ਤੇ ਕਿੱਥੇ ਲਿਆਵਾਂਗੇ ਉਹ ਅਗਲੀਆਂ ਪੀੜ੍ਹੀਆਂ ਤੇ ਡਿਪੈਂਡ ਆ। Yeah, that's a very good point. And we are the people. Where does it end? Yeah. When do we decide? ਹੁਣ ਆਪਾਂ ਇੱਧਰ ਦੇ ਜੰਪਲ ਹੋ ਕੇ ਆਪਣੇ ਬੱਚੇ ਵੀ ਗਾਂ ਇੱਧਰ ਦੇ ਜੰਪਲ ਨੇ। So we decide ਕਿ ਆਪਾਂ ਨੂੰ ਆਪਾਂ ਕੀ ਸਿਖਾਉਣਾ ਆ and what's good and what's not. So in our house, take a perfect example. Feelings, talking wasn't a big thing. No. And I always say, to my kid, I'll say, use your words. What are you feeling right now? Use your words. Don't throw stuff. She'll throw stuff when she's mad. Use your words, because that's a really key thing. Give them a vocabulary. Give them a voice. ਬੱਚੇ ਦੀ ਆਵਾਜ਼ ਹੋਣੀ ਚਾਹੀਦੀ ਹੈ, ਭਾਵੇਂ ਬੱਚਾ ਆ। There should be an ਆਵਾਜ਼। ਇੰਨੀ ਕੁ ਆਵਾਜ਼ ਹੋਵੇ ਕਿ ਆਪਣੇ ਮਾਪਿਆਂ ਕੋਲ ਜਾ ਕੇ ਕਹਿ ਸਕੇ ਕਿ ਮੰਮੀ ਡੈਡੀ ਮੇਰੇ ਸਕੂਲ 'ਚ ਅੱਜ ਆਹ ਚੀਜ਼ ਮਿਲੀ ਆ, ਮੈਂ ਇਹਦੇ ਨਾਲ ਕੀ ਕਰਾਂ, ਇਹ ਮਾੜੀ ਹੈ ਕਿ ਚੰਗੀ ਹੈ। That should be there. Before we continue, I just want to touch up on when we talk about family, not everybody's educated the same, right? Education, obviously, apna taan podcast shuru hai to educate the generation right now apne naal hai, right? But when we talk about the generation pichu aayi hai, jehde apne jehde school nahi gaye hoye, jehde farming apna kheti wadi chaldi rahi hai, right? So when they come here, ਉਹਨਾਂ ਦੀ ਰਿਸਪੌਂਸਿਬਿਲਿਟੀ ਇਜ਼ ਟੂ ਅ ਸਰਟਨ ਪੁਆਇੰਟ। ਉਹਨਾਂ ਦੀ ਰਿਸਪੌਂਸਿਬਿਲਿਟੀ ਇਜ਼ ਇੱਥੇ ਤੱਕ ਹੋਣੀ ਚਾਹੀਦੀ ਹੈ ਕਿ ਵੀ ਓਕੇ ਤੁਹਾਨੂੰ ਕੈਨੇਡਾ ਲਿਆਂਦਾ, ਬੱਚਿਆਂ ਨੂੰ ਕੈਨੇਡਾ ਲਿਆਂਦਾ, ਸਕੂਲ ਪਾਤਾ, ਹੁਣ ਜੋ ਬੱਚੇ ਸਿੱਖ ਰਹੇ ਨੇ ਸਕੂਲ ਦੇ ਵਿੱਚ, ਉਹ ਜਿਹੜੀ ਜਨਰੇਸ਼ਨ ਹੈ, ਜਿਹੜੀ ਉਹ ਫਰਸਟ ਜਨਰੇਸ਼ਨ, ਉਹਨਾਂ ਨੂੰ ਕੰਟਰੋਲ ਕਰਨਾ ਪੈਣਾ ਨਾ ਕਿ ਵੀ ਅੱਗੇ ਮੇਰੀ ਜਨਰੇਸ਼ਨ ਨੂੰ ਕੀ ਹੈਬਿਟਸ ਜਾਣਗੇ, ਰਾਈਟ? ਕਿਉਂਕਿ ਜਿਹੜੇ ਪੇਰੈਂਟਸ ਜਿਹੜੇ ਖੇਤੀਬਾੜੀ ਕਰਕੇ ਆਉਂਦੇ ਨੇ ਉਹ ਤੇ ਉਹਨਾਂ ਨੂੰ ਇੰਨਾ ਸ਼ੌਂਕ ਨਹੀਂ ਹੁੰਦਾ। ਆਪਾਂ ਉਹਨਾਂ ਤੇ ਇਹ ਨਹੀਂ ਆਖਾਂਗੇ ਕਿ ਉਹਨਾਂ ਦੀ ਗਲਤੀ ਆ, ਹਨਾ। ਇਹ ਜਿਹੜੀ ਜਨਰੇਸ਼ਨ ਆ, ਜਿਹੜੀ ਇੱਥੇ ਹੁਣ ਪੀੜ੍ਹੀ ਸਟਾਰਟ ਹੋਈ ਆ, ਇਹ ਜਿਹੜੀ ਇਹਨਾਂ ਦੀਆਂ ਜਿਹੜੀਆਂ ਆਦਤਾਂ ਤੁਸੀਂ ਕਹਿ ਲਓ, ਇਹ ਆਦਤਾਂ ਦਾ ਬਦਲਾਵ ਇਹੀ ਲੈ ਸਕਦੇ ਨੇ, ਹਨਾ। ਹੁਣ ਆਪਾਂ ਫਰਸਟ ਜਨਰੇਸ਼ਨ ਆ, ਇੱਕ ਗੱਲ ਕਰਦੇ ਹਾਂ, ਸਾਡਾ ਮਾਂ ਪਿਓ ਪਿੱਛੋਂ ਆਇਆ, ਰਾਈਟ? ਡੈਡੀ ਨੇ ਖੇਤੀ ਕੀਤੀ ਆ, ਹੁਣ ਸਾਨੂੰ ਪੜ੍ਹਾਇਆ ਲਿਖਾਇਆ। ਹੁਣ ਜਿਹੜੀ ਆਹ ਪੀੜ੍ਹੀ ਆ, ਆਪਾਂ ਫਰਸਟ ਜਨਰੇਸ਼ਨ ਆ, ਸੈਕਿੰਡ ਜਨਰੇਸ਼ਨ ਸਾਡੇ ਬੱਚੇ ਹੋ ਗਏ। ਸਾਡਾ ਗੋਲ ਇਹ ਆ ਕਿ ਉਹਨਾਂ ਵਿੱਚ ਸੇਮ ਸਾਡੇ ਵਿੱਚ ਕੋਈ ਮਾੜੀਆਂ ਆਦਤਾਂ ਦਿਸ ਐਂਡ ਦੈਟ ਨਹੀਂ ਆ। ਚਲੋ ਸਾਰਿਆਂ ਵਿੱਚ ਹੁੰਦੀਆਂ ਵੀ ਨੇ, ਘਰਾਂ ਵਿੱਚ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ, ਬਟ ਦਾ ਆਈਡੀਆ ਇਜ਼ ਕਿ ਜਿਹੜੀਆਂ ਚੀਜ਼ਾਂ ਆਪਾਂ ਨੂੰ ਘਰਾਂ 'ਚ ਸਹੀ ਨਹੀਂ ਲੱਗਦੀਆਂ ਜਾਂ ਮਾੜੀਆਂ ਆਦਤਾਂ ਚੱਲ ਰਹੀਆਂ ਨੇ, ਲੈਟਸ ਉਹਨਾਂ ਨੂੰ ਤੋੜੋ, ਹੈ ਨਾ। ਸੋ ਆਪਾਂ ਸਾਰਾ ਦੋਸ਼ ਉਹਨਾਂ ਮਾਂ ਪਿਓ ਨੂੰ ਨਹੀਂ ਦੇ ਸਕਦੇ। ਉਹਨਾਂ ਦਾ ਬੈਕਗਰਾਊਂਡ ਪਿੱਛੋਂ ਹੋਰ ਸੀ, ਉਹ ਆਪਣੀਆਂ ਮਜਬੂਰੀਆਂ ਨੂੰ ਕਰ ਕੇ ਖਰਚੇ ਕਰਕੇ ਇੰਨੀ ਸਟਰਗਲ ਕਰਕੇ ਇੱਥੋਂ ਤੱਕ ਪਹੁੰਚੇ ਆ। ਹੁਣ ਆਪਾਂ ਨੂੰ ਉਹਨਾਂ ਨੂੰ ਬਲੇਮ ਕਰੀ ਜਾਵਾਂਗੇ, ਦੈਟ ਮੀਨਸ ਕਿ ਆਪਾਂ ਕੋਈ ਜ਼ਿੰਮੇਵਾਰੀ ਨਹੀਂ ਲੈਣੀ, ਅਕਾਊਂਟੇਬਿਲਿਟੀ ਨਹੀਂ ਲੈਣੀ। ਸਾਡੇ ਵਿੱਚ ਇੰਨਾ ਕੁ ਹੋਣਾ ਚਾਹੀਦਾ ਆ ਕਿ ਇਸ ਚੀਜ਼ ਦੇ ਆਪਾਂ ਜ਼ਿੰਮੇਵਾਰ ਆ ਕਿ ਭਾਈ ਤੁਸੀਂ ਸਾਨੂੰ ਇੱਥੋਂ ਤੱਕ ਲਿਆਂਦਾ ਆ, ਇਹ ਤਾਂ ਗੇਮ ਚੇਂਜਰ ਹੋ ਗਿਆ ਨਾ। ਦੇਸ਼ਾਂ ਦਾ ਫਰਕ ਦੇਖੋ, ਸਿਸਟਮਸ ਦਾ ਫਰਕ ਦੇਖੋ। ਸੋ ਤੁਹਾਨੂੰ ਇੱਥੇ ਪੜ੍ਹਾਈ ਦਾ ਐਕਸੈਸ ਆ, ਐਵਰੀਥਿੰਗ ਦਾ ਐਕਸੈਸ ਆ। ਸੋ ਕਮ ਸੇ ਕਮ ਤੁਸੀਂ ਉਸ ਚੀਜ਼ ਦਾ ਤੇ ਆਪਣਾ ਜ਼ਿੰਮੇਵਾਰੀ ਲਓ ਨਾ ਕਿ ਹੁਣ ਆਪਾਂ ਇਸ ਚੀਜ਼ ਨੂੰ ਕਿਸ ਤਰੀਕੇ 'ਚ ਵਰਤਣਾ ਆ, ਨਾਟ ਕਿ ਤੁਸੀਂ ਮਾਂ ਪਿਓ ਤੇ ਸੁੱਟੀ ਜਾਓ ਸਾਰਾ ਕੁਝ। ਐ ਨਹੀਂ ਹੁੰਦਾ। ਕਿਉਂਕਿ ਯੂ ਫਾਈਂਡ ਲਾਈਕ ਨਾਓ, ਲਾਈਕ ਆਈ ਫਾਈਂਡ ਦੈਟ ਲਾਈਕ ਕਿ ਵੀ ਅੱਜ ਕੱਲ੍ਹ ਆਪਾਂ ਉਹ ਕਹਿੰਦੇ ਕਿ ਉਹ ਮੇਰੇ ਪੇਰੈਂਟਸ ਦੇ ਕਾਰਨ ਅਸੀਂ ਸਾਨੂੰ ਉਹ ਐਜੂਕੇਸ਼ਨ ਨਹੀਂ ਦਿੱਤੀ, ਸੋ the level is not the same. Yeah. Right? So it's like having too much pity, man. Like some of them is just, at some point it could point to just you have to grow up. You have to. And just be like, chalo, and take responsibility. Take some responsibility. ਉਹਨਾਂ ਚੀਜ਼ਾਂ ਦੀ ਰਿਸਪੌਂਸਿਬਿਲਿਟੀ ਲਓ ਨਾ। ਜੇ ਤੁਹਾਡਾ ਮਾਂ ਪਿਓ ਤੁਹਾਨੂੰ ਇੱਥੋਂ ਤੱਕ ਲੈ ਆਇਆ ਤੇ ਉਹਨਾਂ ਦੇ ਵਿੱਚ ਉਹ ਸਕਿੱਲਸ ਜਾਂ ਐਜੂਕੇਸ਼ਨ ਜਾਂ ਜਿਹੜਾ ਵੀ ਤੁਸੀਂ ਲਫ਼ਜ਼ ਯੂਜ਼ ਕਰਨਾ ਚਾਹੁੰਦੇ ਆ, ਅਗਰ ਉਹਨਾਂ 'ਚੋਂ ਨਹੀਂ ਆ ਤਾਂ ਤੁਸੀਂ ਪੇਸ਼ ਹੋ ਨਾ, ਫਿਰ ਤੁਸੀਂ ਉਹ ਕਰੋ, ਕਿਉਂਕਿ ਤੁਹਾਨੂੰ ਤਾਂ ਐਕਸੈਸ ਦਿੱਤਾ ਆ। ਇੰਗਲਿਸ਼ ਤੁਹਾਡੀ ਫਰਸਟ ਲੈਂਗੁਏਜ ਆ, ਪੜ੍ਹੇ ਤੁਸੀਂ ਆ, ਸਾਰਾ ਕੁਛ ਤੁਸੀਂ ਕਰ ਰਹੇ ਆ। ਸੋ ਦੈਨ ਯੂ ਹੈਵ ਟੂ ਡੂ ਇਟ। ਦੈਟ ਕਮਸ ਬੈਕ ਟੂ ਅਕਾਊਂਟੇਬਿਲਿਟੀ ਐਂਡ ਓਨਰਸ਼ਿਪ। ਯੂ ਹੈਵ ਟੂ ਓਨ ਦੈਟ ਸੈਂਸ ਆਫ ਰਿਸਪੌਂਸਿਬਿਲਿਟੀ। ਸਾਡੇ ਨੌਜਵਾਨਾਂ ਵਿੱਚ ਆਈ ਵੁੱਡ ਸੇ ਕਿ ਰਿਸਪੌਂਸਿਬਿਲਿਟੀ ਆਪਾਂ ਉਹਨਾਂ ਤੋਂ ਬਹੁਤ ਚੁਕਾਤੀ ਆ, ਹੈ ਹੀ ਨਹੀਂ ਆ ਇੱਕ ਹਿਸਾਬ ਦੀ। ਜੇ ਤੁਸੀਂ, I mean, I don't want to get into it, but ਜੇ ਤੁਸੀਂ ਹੁਣ, if you look at social media and all the videos coming out of, Toronto and stuff like that, it's just, you kind of just shake your head because you just shake your head. ਹੁਣ ਕੋਈ ਵੀ culturally ਦੁਨੀਆ ਦੇ ਵਿੱਚ lots of different cultures have come to Canada on student visas. Maybe Punjabis
are at the top of that list. I mean, I think it's Sure, it's pretty yeah. obvious because you Pretty don't see obvious, yeah. as many like other cultures here as much as you see Punjabis. It's not even close. Bro, as of like in this 1 week period ਦੇ ਵਿੱਚ, Yeah. I think I saw 3 different articles. A ਸਿੰਘ dealer ਲੱਭਿਆ, Yes. right? This thing ਜਿਹੜਾ ਹੁਣੇ ਹੋਇਆ ਟੋਰਾਂਟੋ ਦੇ ਜਿਹੜਾ Yeah. ਇਹਨਾਂ ਨੇ the big seize they The got, biggest Yeah. seizure. the in biggest Toronto. seizure, $90 million worth Yeah. of like drugs Yeah. ਜਿਹੜੇ ਲੱਭੇ ਨੇ was led by some Punjabi guy. Yeah. It's Sing, crazy. It's right? crazy. So, you know, that, again, ਜਦੋਂ ਆਪਾਂ addiction ਦੀ ਗੱਲ ਕਰਦੇ ਹਾਂ, it's funny because, you know, ਤੁਸੀਂ ਨਸ਼ਿਆਂ ਦੀ ਗੱਲ ਕਰਦੇ ਆ, ਉਹਦੇ 'ਚ ਪੈਸਾ ਆ, ਪੰਜਾਬੀਆਂ ਨੂੰ ਪੈਸੇ ਦੀ ਖਿੱਚ ਵਿੱਚ ਇੱਥੇ ਆਉਂਦੇ ਨੇ, ਤੇ ਉਹ ਪੈਸਿਆਂ ਦੀ ਖਿੱਚ ਇਨਸਾਨ ਨੂੰ ਕਿੱਥੇ ਲੈ ਜਾਂਦੀ ਆ? Yeah. ਤੁਸੀਂ ਨਸ਼ੇ ਵੇਚ ਕੇ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਖਰਾਬ ਕਰ ਰਹੇ ਆ, ਉਹ ਨਹੀਂ ਆਪਾਂ ਸੋਚਦੇ, ਉਹ ਵੀ ਚੰਗਾ ਆ, you know? So just think about look at where it's going. ਤੁਸੀਂ ਨਸ਼ੇ ਵੇਚ ਕੇ ਚਲੋ ਪੈਸਾ ਤੁਹਾਨੂੰ ਮਿਲ ਰਿਹਾ, but ਪੈਸੇ ਕਿੱਥੇ ਲੈ ਕੇ ਜਾਓਗੇ? It's like what I always tell my patients, you know, I always say like, ਨਾ ਹੀ ਤੁਸੀਂ ਨਸ਼ੇ ਨਾਲ ਇੱਥੇ ਆਏ ਆ ਤੇ ਨਾ ਹੀ ਨਸ਼ਿਆਂ ਨਾਲ ਜਾਣਾ ਆ। ਜੇ ਆਪਣੀ ਫੀਮ ਨਾਲ ਲੈ ਕੇ ਜਾਣੀ ਆ ਨਾ, ਫਿਰ ਖਾਈ ਜਾਓ, ਰਾਈਟ? Yeah. ਬਟ ਨਾਲ ਨਹੀਂ ਜਾਣੀ, ਤੇ ਨਾ ਹੀ ਨਾਲ Nothing ਤੁਸੀਂ goes ਉਹਦੇ with ਆਏ ਆ। Yeah. ਸੋ ਜਾਓ, ਆਏ ਵੀ ਇਕੱਲੇ ਆ ਤੇ ਜਾਓਗੇ ਵੀ ਇਕੱਲੇ। ਦੈਟਸ ਵਾਈ ਆਈ ਆਲਵੇਜ਼ ਟੈਲ ਮਾਈ ਗਾਈਜ਼ ਕਿ ਆਪਣੇ ਆਪ ਨੂੰ ਰਿਸਪੈਕਟ ਕਰਨਾ ਸਿੱਖੋ, ਬਿਕਾਜ਼ ਅਗਰ ਤੁਸੀਂ ਪਰਿਵਾਰ ਵਾਸਤੇ ਨਸ਼ਾ ਛੱਡ ਰਹੇ ਆ ਨਾ, ਫਿਰ ਨਾ ਹੀ ਛੱਡੋ, ਖੁਦ ਵਾਸਤੇ ਛੱਡੋ। That is the main thing. Do it for yourself. Because it doesn't last. If you It do doesn't it for last. ਜੇ somebody ਤੁਸੀਂ else. ਦੂਜਾ ਵਾਸਤੇ ਕਰੋਗੇ, it won't last. The biggest thing you have to, I feel like the biggest thing ਇਨਸਾਨ ਵਿੱਚ ਜਿਹੜੀ ਕੋਸ਼ਿਸ਼ ਆ ਨਾ, ਇਨਸਾਨ ਦੀ ਕੋਸ਼ਿਸ਼ ਤੋਂ ਅੱਗੇ ਕੋਈ ਚੀਜ਼ ਨਹੀਂ ਆ। I always say to my guys, ਕੋਸ਼ਿਸ਼ ਕਰੋ, ਪੈਰਾਂ ਤੇ ਭਾਰ ਪਾਉਣ ਦੀ ਕੋਸ਼ਿਸ਼ ਤਾਂ ਕਰੋ, right? So that goes a long way. We are nothing without trying. You Right. know, and I think that that's a real key theme with these people is we have to give them that hope that you can try. Sometimes, like accountability we're talking about, sometimes it's just about coming in and just being like, oh, somebody, ਕਿਸੇ ਨੂੰ ਮੇਰੀ ਗੱਲ ਦੀ ਸਮਝ ਆ ਰਹੀ ਆ, ਕੋਈ ਮੇਰੇ ਨਸ਼ੇ ਤੇ ਮੈਨੂੰ ਮਾੜਾ ਨਹੀਂ ਕਹਿ ਰਿਹਾ। You know, like addiction ਦੇ ਡਾਕਟਰਸ, I mean ਇਹ ਇੱਕ ਹੋਰ ਟੌਪਿਕ ਆ, ਬਟ addiction ਦੇ ਡਾਕਟਰਸ ਮੈਨੀਟੋਬਾ 'ਚ ਕਿਉਂ ਨਹੀਂ ਹੈਗੇ ਜਿਹੜੇ ਪੰਜਾਬੀ ਬੋਲਦੇ ਨੇ? ਕਿਉਂਕਿ ਸਾਡੇ ਪੰਜਾਬੀਆਂ ਵਿੱਚ ਇਹ ਚੀਜ਼ ਹੈ ਕਿ ਯਾਰ ਨਸ਼ੇੜੀ ਆ, ਉਹਦੇ ਨਾਲ ਕਿਉਂ ਡੀਲ ਕਰਨਾ ਆ? ਇਸ ਤਰ੍ਹਾਂ ਨਹੀਂ ਹੁੰਦਾ। ਨਸ਼ੇ ਵਾਲਾ ਇਨਸਾਨ ਵੀ ਇਨਸਾਨ ਆ, ਉਹ ਵੀ ਇੱਕ ਬਿਮਾਰੀ 'ਚ ਫਸਿਆ ਆ। ਇਹ ਜਿਹੜਾ ਸਟਿਗਮਾ ਆ ਨਾ, ਜੋ ਆਪਾਂ ਲੋਕਾਂ ਨੂੰ ਕਹਿ ਚੁੱਕੇ ਆ ਕਿ ਨਸ਼ਿਆਂ ਬਾਰੇ ਗੱਲ ਨਹੀਂ ਕਰਨੀ, ਨਸ਼ੇ ਕਰਦੇ ਆ ਤੇ ਡਾਕਟਰ ਕੋਲ ਨਹੀਂ ਜਾਣਾ, ਤੇਰਾ ਲਾਇਸੈਂਸ ਚੱਕਿਆ ਜਾਊਗਾ, ਡਰ ਕੇ ਆਪਾਂ ਇੱਕ ਡਰ ਪੈਦਾ ਕਰਤਾ ਇਹਨਾਂ 'ਚ। ਦੈਟਸ ਨਾਟ ਗੁੱਡ। ਦੂਜੇ ਡਾਕਟਰ ਨੇ ਆਪਾਂ ਨੇ ਨਸ਼ੇ ਵਾਲੇ ਪੇਸ਼ੈਂਟ ਦੇਖਣੇ, ਤੁਸੀਂ ਦੇਖੋ। ਆਈ ਫੀਲ ਲਾਈਕ ਇਹਦੇ ਵਿੱਚ ਆਪਾਂ ਇੱਕ ਇਹੋ ਜਿਹਾ ਸਟਿਗਮਾ ਕ੍ਰੀਏਟ ਕੀਤਾ ਹੈ ਜਿਹਦੇ ਵਿੱਚ ਇਨਸਾਨ ਬਹੁਤ ਸਟਕ ਫੀਲ ਕਰਦੇ ਨੇ। ਦੇ ਫੀਲ, ਉਹਨਾਂ ਨੂੰ ਇਹ ਮਹਿਸੂਸ ਹੁੰਦਾ ਕਿ ਸਾਡੇ ਕੋਲ ਕੋਈ ਹਿੱਲਣ ਵਾਸਤੇ ਜਗ੍ਹਾ ਨਹੀਂ ਹੈ, ਤੇ ਉਹੀ ਪ੍ਰੈਸ਼ਰ ਫਿਰ ਪੈ ਜਾਂਦਾ, ਤੇ ਉਹ ਪ੍ਰੈਸ਼ਰ ਫਿਰ ਪੈ ਫਿਰ ਜਾਂਦਾ। ਹੋ ਜਾਂਦੇ ਨੇ। Yeah. That's what the Right. relapse happen, right? ਕਿਉਂਕਿ ਸੋ ਉਹਦੇ ਵਿੱਚ ਫਿਰ ਇਨਸਾਨ ਬਾਰ-ਬਾਰ ਉਸ ਚੀਜ਼ ਵੱਲ ਜਾਂਦਾ ਹੈ ਕਿ ਯਾਰ ਮੈਨੂੰ ਕੋਈ ਹੋਰ ਰਾਹ ਲੱਭ ਹੀ ਨਹੀਂ ਰਿਹਾ। ਫਿਰ ਮੈਂ ਕੈਨ ਯੂ ਇਮੈਜਿਨ, ਆਪਾਂ ਚਲੋ ਫਿਰ ਉਸ ਗੱਲ ਤੇ ਫਿਰ ਆਉਂਦੇ ਹਾਂ, ਬਟ ਕੈਨ ਯੂ ਇਮੈਜਿਨ ਕਿ ਕੋਈ ਇਨਸਾਨ 250-300 ਦੀ ਡੇਲੀ ਹੈਰੋਇਨ ਖਾਂਦਾ ਆ, ਉਹਦਾ ਕਿੰਨਾ ਉਹ ਕਿੰਨਾ ਕੁ ਕਮਾਉਂਦਾ ਹੋਊਗਾ ਇੱਕ ਦਿਨ 'ਚ? ਲੈਟਸ ਜਸਟ ਡੂ ਦ ਮੈਥ। ਹੁਣ ਆਪਾਂ ਉਸ ਗੱਲ ਤੇ ਹੁੰਦੇ ਆ, ਉਹਨੇ ਘਰ 'ਚ ਵੀ ਖਰਚੇ ਚਲਾਉਣੇ ਆ, ਉਹ ਇਕੱਲਾ ਬੰਦਾ ਕਮਾਉਂਦਾ ਆ, ਅਕਸਰ ਉਹ ਫਸਿਆ ਆ। ਹੁਣ ਕੋਈ ਆਖੂਗਾ ਓ ਯਾਰ ਇਹ 'ਚ ਕੀ ਆ, ਉਹਦੇ ਘਰ ਦੇ ਮਾੜੇ ਆ, ਉਹ ਪਿੱਛੋਂ ਤੁਰੀ, ਉਹ ਆਪ ਮਾੜਾ ਆ। ਇਸ ਤਰ੍ਹਾਂ ਨਹੀਂ ਹੁੰਦਾ। ਆਪਾਂ ਤਾਂ ਹਮੇਸ਼ਾ ਇਹ ਆਖਾਂਗੇ, ਮੈਂ ਪਹਿਲੋਂ ਵੀ ਐਗਜ਼ਾਮਪਲ ਦੇ ਚੁੱਕੀ ਹਾਂ, ਡਾਇਬੀਟੀਜ਼, ਸ਼ੂਗਰ ਦੇ ਪੇਸ਼ੈਂਟ ਨੂੰ ਖੰਡ ਦੀ ਖੋਹ ਪੈਂਦੀ ਆ, ਹੈ ਨਾ, ਚੀਨੀ ਦੀ ਖੋਹ ਪੈਂਦੀ ਆ। ਹਾਈ BP ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਨੂੰ ਨਮਕ ਦੀ ਖੋਹ, ਤੇ ਨਸ਼ੇ ਵਾਲੇ ਪੇਸ਼ੈਂਟ ਨੂੰ ਨਸ਼ੇ ਦੀ ਖੋਹ। ਓਕੇ, ਸੋ ਸਾਡੇ ਵਾਸਤੇ ਬਹੁਤ ਸਿੰਪਲ ਆ, ਲਾਈਕ ਇਟ ਡਜ਼ਨਟ ਮੈਟਰ ਤਕਲੀਫ ਕੀ ਆ, ਆਪਾਂ ਉਹਦਾ ਇਲਾਜ ਕਰਨਾ। ਸੋ ਆਪਾਂ ਨਸ਼ਿਆਂ ਨੂੰ ਐਜ਼ ਏ ਬਿਮਾਰੀ ਲੈ ਕੇ ਚੱਲਦੇ ਹਾਂ, ਬਿਕਾਜ਼ ਹੈ ਬਿਮਾਰੀ ਆ। ਸੋ ਜਦੋਂ ਆਪਾਂ ਸਮਾਜ ਨੂੰ ਇਹ ਗੱਲ ਸਮਝਾਉਂਦੇ ਹਾਂ ਕਿ ਇਹ ਬਿਮਾਰੀ ਆ ਨਾ, ਦੈਨ ਆਪਾਂ ਸਮਾਜ ਦੇ ਨਾਲ ਤੁਰ ਸਕਦੇ ਹਾਂ, ਅਦਰਵਾਈਜ਼ ਆਪਾਂ ਫਸੇ ਹਾਂ। Like for men, there needs to be like more, I don't know, like group things happening. Yeah, there's none. Like Winnipeg has maybe one if there is one AA Punjabi group, but so like for example, AA is Alcoholics Anonymous. It has to be led by, like, it's all volunteer based. Okay. So it has to be led by somebody that's also in recovery, doing the work and all this. ਹੁਣ ਸਾਡੇ ਪੰਜਾਬੀਆਂ ਵਿੱਚ ਕੌਣ ਆਖੂਗਾ ਕਿ ਭਾਈ ਹਾਂ ਮੈਂ ਸ਼ਰਾਬ ਪੀਣਾ ਤੇ ਮੈਂ ਛੱਡੀ ਹੈ ਤੇ ਮੈਂ ਗਰੁੱਪ ਚਲਾਉਣ ਨੂੰ ਤਿਆਰ ਹਾਂ? So you have to be a recovering alcoholic. Typically that's the structure we see. Now again, ਇਹੋ ਜਿਹੇ ਗਰੁੱਪ ਬਣਦੇ ਨਹੀਂ ਆ ਬਿਕਾਜ਼ ਲੋਕੀ ਆਪਣੀਆਂ ਗੱਲਾਂ ਸਾਂਝੀਆਂ ਨਹੀਂ ਕਰਨਾ ਚਾਹੁੰਦੇ। ਉਹਨਾਂ ਨੂੰ ਸ਼ਰਮ ਆ ਇਸ ਚੀਜ਼ ਤੋਂ, ਉਹ ਗਿਲਟੀ ਫੀਲ ਕਰਦੇ ਆ, ਉਹਨਾਂ ਨੂੰ ਇੰਨਾ ਪਛਤਾਵਾ ਆ, ਮੈਂ ਮਾੜਾ ਆ ਜਾਂ ਮੇਰੇ ਘਰ ਦੇ ਮਾੜੇ ਆ ਜਾਂ ਮੇਰਾ ਪਿਛੋਕੜ ਮਾੜਾ, ਇਟ ਡਜ਼ਨਟ ਮੈਟਰ, ਬਟ ਉਹ ਮਾੜੇ ਆਪਣੇ ਆਪ ਨੂੰ ਮਾੜਾ ਗਿਣਦੇ ਨੇ। ਸੋ ਮਾੜਾ ਗਿਣ ਕੇ ਫਿਰ ਉਹ ਕਿਉਂ ਜਾਣਗੇ ਪਬਲਿਕ ਦੇ ਵਿੱਚ?
ਕਿਉਂ ਇਸ ਗੱਲ ਨੂੰ ਸਾਂਝੀ ਕਰਨਗੇ? ਕਿਉਂਕਿ ਜਦੋਂ when it comes down to getting help, ਉਦੋਂ ਕੋਈ ਨਹੀਂ ਬੁਲਾਉਂਦਾ। ਜਦੋਂ ਪੀਣੀ ਹੁੰਦੀ ਹੈ ਉਦੋਂ ਆ ਜਾ, ਤੂੰ ਵੀ ਆ ਜਾ, ਤੂੰ ਵੀ ਆ ਜਾ, ਤੂੰ ਮੇਰਾ ਟੇਬਲ ਲਾ ਲੈਂਦੇ, ਰਾਈਟ? ਸੋ ਇਟਸ ਈਜ਼ੀਅਰ ਕਿ ਵੀ ਗਲਤ ਕੰਮ ਕਰ ਹੀ ਲਈਏ rather than getting the help, right? So then at what point does it go to? Yeah, at what point does it go? It's like what you said, ਚੱਲ ਬਹਿ ਜਾਂਦੇ ਆ, ਪੀ ਲੈਂਦੇ ਆ, ਖਾ ਲੈਂਦੇ ਆ। ਇਨਸਾਨ ਆਦਤ ਤੋਂ ਮਜਬੂਰ ਆ। ਓਕੇ, ਸੋ ਤੁਸੀਂ ਅਗਰ ਇਹਨਾਂ ਇਨਸਾਨਾਂ ਨੂੰ ਦੇਖੋ, ਇਹਨਾਂ ਦੀਆਂ ਆਦਤਾਂ ਦੇਖੋ, ਕਿੰਨਾ ਸੌਖਾ ਘਰ ਜਾ ਕੇ ਸ਼ਰਾਬ ਪੀ ਲਓ। ਉਹ ਸਾਰੀ ਲਾਈਫ ਨੂੰ ਚੇਂਜ ਕਰਨਾ, ਆਪਣਾ ਫਰੈਂਡ ਸਰਕਲ ਬਦਲੀ ਕਰਨਾ, ਫੋਨ ਚੇਂਜ ਕਰਨਾ, ਜਾਂ ਉਹਨਾਂ ਆਪਣੇ ਫੋਨ ਦੇ ਲੌਗ 'ਚੋਂ ਇਹ ਸਾਰੇ ਲਾਈਕ ਆਪਣੇ ਡੀਲਰਸ, ਫਰੈਂਡਸ, ਜੋ ਵੀ ਦੋਸਤ ਮਿੱਤਰ, ਉਹਨਾਂ ਨੂੰ ਕੱਢਣਾ, ਬਲੌਕ ਕਰਨਾ, ਆਪਣਾ ਲਾਈਫ ਸਟਾਈਲ ਚੇਂਜ ਕਰਨਾ ਕੋਈ ਸੌਖਾ ਨਹੀਂ ਰਿਹਾ। ਸੋ ਦੈਟਸ ਦ ਥਿੰਗ, ਆਪਾਂ ਸਿਰਫ ਇਹ ਨਹੀਂ ਹੈ ਕਿ ਨਸ਼ਾ ਉਹਨਾਂ ਦੇ ਹੱਥ 'ਚੋਂ ਜਾਂ ਉਹਨਾਂ ਦੀ ਗੱਡੀ 'ਚੋਂ ਜਾਂ ਉਹਨਾਂ ਦੀ ਲਾਈਫ 'ਚੋਂ ਕੱਢ ਰਹੇ ਹਾਂ, ਆਪਾਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਆਪਣੀਆਂ ਆਦਤਾਂ ਬਦਲੀ ਕਰੋ। ਹਰ ਇਨਸਾਨ ਆਦਤ ਤੋਂ ਮਜਬੂਰ ਆ। ਅੱਜ ਆਪਾਂ ਇੱਥੇ ਬੈਠੇ ਹਾਂ, ਰਾਈਟ? ਕੋਈ ਵੀ ਗੱਲ ਲੈ ਲਓ, ਆਪਾਂ ਫੋਨ ਵਰਤਦੇ ਹਾਂ, ਆਪਾਂ ਫੋਨ ਖੋਲਦੇ ਹਾਂ, ਫੇਸਬੁੱਕ 'ਤੇ ਜਾਂਦੇ ਹਾਂ, ਇਹ ਸਾਰੀਆਂ ਆਦਤਾਂ ਹੀ ਨੇ, ਹੈ ਨਾ? ਐਕਸਰਸਾਈਜ਼ ਆਦਤ ਆ, ਮਾੜੀ ਤਾਂ ਨਹੀਂ ਆ, ਜ਼ਿਆਦਾ ਕਰੋਗੇ ਤਾਂ ਉਹ ਵੀ ਮਾੜੀ ਆ। ਸੋ ਇਹ ਆਦਤਾਂ ਨੇ। ਕਿਹੜੀ ਆਦਤ ਕਦੋਂ ਸਾਡੇ ਵਾਸਤੇ ਖਰਾਬ ਹੋਣੀ ਆ, ਉਹ ਫਿਰ ਸਾਡੇ 'ਤੇ ਆ, ਹੈ ਨਾ? ਦੈਟ ਆਈ ਥਿੰਕ ਇਜ਼ ਅ ਰੀਅਲੀ ਕੀ ਐਸਪੈਕਟ ਆਫ ਐਡਿਕਸ਼ਨ, ਇਜ਼ ਅੰਡਰਸਟੈਂਡਿੰਗ ਕਿ ਇਹ ਆਦਤਾਂ ਨੇ। ਸੋ ਸਾਇੰਟੀਫਿਕਲੀ ਦੇਖਿਆ ਜਾਵੇ ਤਾਂ ਇਨਸਾਨ ਨੂੰ ਆਦਤ ਬਦਲੀ ਕਰਨ ਵਾਸਤੇ 21 ਤੋਂ 90 ਦਿਨ ਚਾਹੀਦੇ ਆ। 21 to 90 ਡੇਜ਼ ਦੇ ਵਿੱਚ ਨਿਊਰੋ ਕੋਗਨੀਟਿਵਲੀ ਤੁਸੀਂ ਆਪਣੇ ਦਿਮਾਗ ਦੀਆਂ ਸੋਚਾਂ ਨੂੰ ਬਦਲੀ ਕਰ ਸਕਦੇ ਆ। ਦੈਟ ਰਿਕੁਆਇਰਸ ਅ ਲੋਟ ਆਫ ਇੰਟਰੋਸਪੈਕਸ਼ਨ, ਕਿ ਤੁਸੀਂ ਆਪਣੇ 'ਤੇ ਖੋਜ ਕਰੋ, ਜੋ ਕਿ ਸਾਡੀ ਜਨਤਾ ਕੋਲ ਜਾਂ ਤਾਂ ਟਾਈਮ ਨਹੀਂ ਆ, ਅਤੇ ਜਾਂ ਪੈਸਿਆਂ ਦੀ ਭੱਜ ਦੌੜ 'ਚ ਪੀਪਲ ਡੋਨਟ ਹੈਵ ਟਾਈਮ ਟੂ ਡੂ ਦੈਟ। ਸੋ ਅਗਰ ਆਪਾਂ ਉਹ ਖੋਜ ਨਹੀਂ ਕਰ ਸਕਦੇ, ਫਿਰ ਆਪਾਂ ਅੱਗੇ ਜਾ ਕੇ ਉਹਨਾਂ ਆਦਤਾਂ ਨੂੰ ਕਿੱਦਾਂ ਚੇਂਜ ਕਰਾਂਗੇ, ਹੈ ਨਾ? ਸੋ ਸਮੇਂ ਚਾਹੀਦਾ ਇਹਨਾਂ ਚੀਜ਼ਾਂ ਵਾਸਤੇ, ਐਂਡ ਆਮ ਤੌਰ 'ਤੇ ਸਾਡੀ ਸੁਸਾਇਟੀ ਵਿੱਚ ਸਮੇਂ ਬਹੁਤ ਘੱਟ ਆ, ਰਾਈਟ? ਸੋ ਬਹੁਤ ਸਾਰੇ ਫੈਕਟਰਸ ਨੇ ਜਿਨ੍ਹਾਂ ਦੇ ਵਿੱਚ ਵੀ ਹੈਵ ਟੂ ਕਾਈਂਡ ਆਫ ਆਪਾਂ ਇਨਸਾਨ 'ਤੇ ਵਰਕ ਕਰ ਸਕਦੇ ਹਾਂ, ਕੰਮ ਕਰ ਸਕਦੇ ਹਾਂ। And that's the thing, right? ਕਿਉਂਕਿ ਆਪਾਂ ਤਾਂ ਹੀ ਹੈ, again this podcast, I hope ਕਿ ਵੀ ਜਿਹੜੇ ਵੀ ਦੇਖ ਰਹੇ ਨੇ, ਜਿਹੜੇ ਵਿਊਅਰਸ ਦੇਖਾਂਗੇ, right, I hope that they understand ਕਿ ਆਪਾਂ ਇੱਥੇ ਕਿਸੇ ਨੂੰ, there's no judgment of it. We're all pretty relaxed. We understand, right? ਆਪਾਂ ਚਾਹੁੰਦੇ ਹਾਂ ਕਿ ਇਹਨਾਂ ਇਸ਼ੂਜ਼ ਦੇ ਉੱਤੇ ਲਾਈਟ ਆਵੇ, ਬੱਤੀ ਆਵੇ। ਸੋ ਕਿ ਜਿਵੇਂ ਆਪਾਂ ਬੈਠੇ ਹਾਂ, ਆਪਾਂ ਗੱਲ ਕਰ ਰਹੇ ਹਾਂ ਨਾ, ਸੋ ਕਿ ਦੂਜੇ ਲੋਕ ਵੀ ਕੰਫਰਟੇਬਲ ਫੀਲ ਕਰਨ ਇਹਨਾਂ ਚੀਜ਼ਾਂ ਬਾਰੇ ਗੱਲ ਕਰਨ 'ਚ ਕੀ ਮਾੜਾ ਆ? ਐਗਜ਼ੈਕਟਲੀ, ਹੈ ਨਾ? ਕਦੇ ਕੋਈ ਕਨਵਰਸੇਸ਼ਨ ਨਹੀਂ ਹੁੰਦੀ ਹੈ ਜਿਹੜੀ ਕਿ ਵੀ maybe it'll lead the change to somewhere. Yes, it's so hidden almost and so hard, like conversation ਕੋਈ ਕਰ ਨਹੀਂ ਰਿਹਾ, right? And so that's why this podcast, ਕਿ ਆਪਾਂ ਜੇ we're comfortable enough to talk about it, hopefully ਕਿ ਵੀ ਘਰ ਵਾਲੇ ਲੋਕ ਜਿਹੜੇ ਦੇਖ ਰਹੇ ਨੇ, ਜਿਹੜੇ ਵੀ ਅੰਡਰਸਟੈਂਡ ਕਰਦੇ ਨੇ, ਇਹੋ ਜਿਹੀ ਗੱਲਾਂ ਨੂੰ ਕਰ ਸਕਣ। Because sometimes parents don't have those conversations with kids. The kids don't have conversations with parents. ਉਹ ਬਾਹਰ ਜੋ ਮਰਜ਼ੀ ਕਰਦੇ ਪਏ ਨੇ, then the addictions start, and then that's where the there's path definitely starts. no conversations happening between like the parents of the, like that old generation with the kids now, especially the ones that are coming here, and the ones that you're seeing right now. There's no conversation there. And it's funny, behind closed doors, ਬੰਦ ਦਰਵਾਜ਼ਿਆਂ ਦੇ ਪਿੱਛੇ ਕੀ ਚੱਲ ਰਿਹਾ ਨਾ, ਉਹ ਤਾਂ ਰੱਬ ਹੀ ਜਾਣਦਾ ਆ। And it is like these families, right? It just must be, if you had like a GoPro in their house, can you just probably be shocked at at what's going on in these homes. And so guidance ਵੀ ਚਾਹੀਦਾ ਆ। ਜਿਹੜੇ ਪਿੱਛੋਂ ਪਰਿਵਾਰ ਹੁੰਦੇ ਨੇ, ਦੇਖੋ ਉਹਨਾਂ ਵਾਸਤੇ ਵੀ ਇੱਕ ਨਿਊ ਕੰਟਰੀ ਆ, ਬਹੁਤ ਸਾਰਾ ਕੁਝ ਨਵਾਂ। It's such a culture shock. They're just thrust into work, house, and guidance bills, ਨਹੀਂ ਆ, like everything. And doesn't it feel like ਇੱਕ ਵਾਰੀ start ਕਰ ਲਿੱਤਾ, then there's no end? There's no end, right? ਕਿਉਂਕਿ ਜਦੋਂ ਕੰਮ ਲੱਭ ਲਿੱਤਾ, ਫਿਰ ਕੰਮ ਹੀ ਕੰਮ, mortgage ਲੈ ਲਿੱਤੀ, mortgage. So the thing is, ਆਪਾਂ it's like ਆਪਾਂ ਕੀ ਕਹਿੰਦੇ ਆ, ਆਪਾਂ ਕੀ ਬਣ ਜਾਂਦੇ ਆ, we become, ਆਪਾਂ ਨੌਕਰ ਬਣ ਜਾਂਦੇ ਆ ਉਸ ਲਾਈਫ ਸਟਾਈਲ ਦਾ। we become slaves to our life, ਹੈ ਨਾ? ਘਰ ਲੈ ਲਿਆ, ਗੱਡੀ ਲੈ ਲਈ, ਹੁਣ ਕੰਮ ਕਰੀ ਜਾਓ। like I literally, ਮੈਨੂੰ ਯਾਦ ਆ ਇੱਕ ਪੇਸ਼ੈਂਟ ਨੇ, I had one case, ਉਹਨਾਂ ਨੇ ਨਵੀਂ ਐਕਿਊਰਾ ਕਢਾਈ ਸੀ, ਆਂਦੇ ਹੁਣ ਦੋ ਜਾਬਾਂ ਕਰਨੀਆਂ ਪੈਣੀਆਂ, ਗੱਡੀ ਲੈ ਲਈ। Can you imagine? Yeah, it's crazy. ਕਿ ਗੱਡੀ ਦੀ ਕਿਸ਼ਤ ਕੱਢਣ ਲਈ, ਹੁਣ ਗੱਡੀ ਦੀ ਕਿਸ਼ਤ ਆ ਗਈ ਆ, ਹੁਣ ਉਹਨੂੰ ਆਪਾਂ ਪੇ ਕਿੱਦਾਂ ਕਰਨਾ? Like I was 37 when I got like the car of my dreams, let's just say 37. I mean, 43 right here, right? So, like, I mean, my first car was also a nice
car of my dreams, sort of, but the actual Like car of my that dreams. one car. But even then, Yeah. so even if I go back and look at my first sort of owned vehicle for myself, I was still 30, 32, 33. Yeah. You know, we really waited. And ਉਹਦਾ ਕੀ ਸਬਰ ਦਾ ਫਲ ਹੈ ਨਾ, ਸਬਰ ਦਾ ਫਲ ਕਿਉਂ ਮਿੱਠਾ ਹੁੰਦਾ? ਬਿਕਾਜ਼ ਆਪਾਂ ਲੱਗ ਕੇ ਯਾਰ ਦਿਨ ਰਾਤ ਇੱਕ ਕਰਕੇ ਕੰਮ ਕੀਤਾ। ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਕੋਈ ਸੌਖਾ ਮਿਲਿਆ। ਨਹੀਂ। ਪੜ੍ਹਾਈਆਂ ਕਰਨੀਆਂ ਵੀ ਸੌਖੀਆਂ ਨਹੀਂ ਆ। I mean personally can say I worked really hard to get to my position. So then when I get that thing, it feels good, right? Because you worked for it. Other problem in our homes, and maybe what we're seeing in today's society, a lot of stuff is just handed to these kids. Phone le lo, iPad le lo, le jao, and then materialistic ਚੀਜ਼ਾਂ ਆਪਾਂ ਦੇ ਜਾਂਦੇ ਆ। So ਉਹਨਾਂ ਦੀਆਂ 20 ਸਾਲ ਦੀ ਉਮਰ ਤੱਕ ਜ਼ਰੂਰਤਾਂ ਵੀ ਉਹੀ ਨੇ। ਮੈਨੂੰ ਤਾਂ ਕਾਰ ਵੀ ਹੋ ਜੀ ਚਾਹੀਦੀ ਆ, ਘਰ ਵੀ ਹੋ ਜਾ ਚਾਹੀਦਾ, you know. So again, it's about teaching how can we just remain humble. ਆਪਾਂ humble ਕਿੱਦਾਂ ਰਹਿ ਸਕਦੇ ਆ ਯਾਰ in this fast-paced consuming society. We're such a consumption-based society, right? Yeah. And that's where also like ਕਿਉਂਕਿ ਆਪਾਂ already materialistic ਚੀਜ਼ਾਂ ਦਿੰਦੇ ਆ ਨਾ, and then the parents don't give that time. ਉਹਨਾਂ ਆਪ ਦਾ time ਨਹੀਂ, ਕਿਉਂਕਿ they're working They're working all ਉਹ the time. ਕੰਮਾਂ ਦੇ ਫਸੇ ਪਏ ਨੇ, so they can't give their kids They that can't time, give the time. right? Yeah. I would say ਸਭ ਤੋਂ ਜ਼ਿਆਦਾ ਆਪਣੇ ਘਰਾਂ ਦੇ ਵਿੱਚ ਅਗਰ ਮੈਂ ਐਡਵਾਈਸ ਦੇਣੀ ਹੋਵੇ ਨਾ, ਇਟਸ ਨਾਟ ਕਿ ਤੁਹਾਡੇ ਬੱਚਿਆਂ ਨੂੰ ਕੋਈ ਵੱਡਾ ਪ੍ਰਾਈਵੇਟ ਸਕੂਲ ਜਾਂ ਐਜੂਕੇਸ਼ਨ ਚਾਹੀਦੀ ਆ ਜਾਂ ਵਟ ਐਵਰ ਦੋ ਤੁਸੀਂ, ਆਪਾਂ ਇਹ ਨਹੀਂ ਆਂਦੇ ਬੱਚਿਆਂ ਨੂੰ ਨਾ ਪੜ੍ਹਾਓ। ਸਮੇਂ, give them time. Yeah. ਆਪਾਂ ਆਪਣੇ ਬੱਚਿਆਂ ਦੇ ਨਾਲ ਕਿੰਨਾ ਕੁ ਬੈਠ ਕੇ ਵਿਦਆਊਟ ਫੋਨ ਐਂਡ ਦਿਸ ਨੌਨਸੈਂਸ ਆਲ ਦਿਸ ਕਿੰਨਾ ਕੁ ਬੈਠ ਕੇ just how present are we, as we were talking about earlier, right? Yeah. Meditation. How present are we in our actual day-to-day function? Yeah. ਫੋਨ ਤੇ ਲੱਗੇ ਜਾਂਦੇ ਆ, ਉਧਰੋਂ ਫੋਨ ਆ ਗਿਆ, ਉਧਰੋਂ ਨਾਲ ਈਮੇਲ ਕਰੀ ਜਾਂਦੇ ਆ, ਨਾਲ ਪੇਸ਼ੈਂਟ ਦੇ ਨੋਟਸ ਕਰੀ ਜਾਂਦੇ ਆ। This multitasking has become a part of our society. I don't think Punjabi families, and again we're talking about Punjabis, but it probably goes into other cultures too. Punjabi families, like I don't know how many actually sit together and just have dinner. Yeah. Because I know ਜਦੋਂ ਅਸੀਂ ਛੋਟੇ ਹੁੰਦੇ ਸੀ we used to sit. Yeah. ਉਦੋਂ phone ਚਲੋ Although phone phone ਨਹੀਂ ਸੀ ਨਹੀਂ ਸੀ ਹੁੰਦੇ. ਹੁੰਦੇ, but we used to sit at the table and have roti together. But even now when we go to mummy daddy's house, like we'll We sit sit. there and we'll eat. Yeah. I mean, to be honest, sometimes we'll have our phones. Sure. But we're sitting though as a family still so Yeah, kind like of, you know. I force that in my house. TV's off. My phone's on silent. When I come home from work, my phone is on silent unless I'm on call. My phone is on silent until my kid's in bed. Yeah. And I'll check it once in a while if there's an emergency phone call from my family. Phone call. मैं अपने parents ਨੂੰ बड़ी बार क्या कि अगर कोई emergency है, don't send me messages, call me. That's a boundary. Yeah. If I see a missed call from my parents and it's between the hours of 5 to 8, then I know, okay, something's going on. Because मैं they भी know I'm आके with बोल my रही kid. कि phone कर लिया करो. Yeah. Because unless it's an emergency, ਤੁਸੀਂ call करो. But it's interesting because ਜਿੰਨਾ ਅਸੀਂ ਆਕੇ ਆਂਦੇ ਹਨ ਕਿ ਬੱਚਿਆਂ ਨੂੰ devices ਤੇ addiction ਆ, the parents Oh, now yeah. are just the same. Because ਅਸੀਂ ਵੀ ਕਰ ਜਾਂਦੇ ਆ. And I'm sitting there with Yeah. daddy and he's on his iPad. on his WhatsApp. iPad, yeah. WhatsApp. I can on Yeah. WhatsApp. You or know, Facebook. A I lot of them are on know. Facebook. Now, ਤੁਸੀਂ ਮੈਨੂੰ ਇਹ ਗੱਲ ਦੱਸੋ, the 70-year-old mom is on Facebook for like hours. There's no other hobbies. They don't go Hobby. to the gym. Yeah. They don't have hobbies. Don't have a good friend circle. Kare baake. So That this, song, kare baake. You know, yeah, that- the senior they thing. don't do anything. ਜਿਹੜੇ ਸਾਡੇ ਸੀਨੀਅਰ ਅੱਜ ਕੱਲ ਆ ਰਹੇ ਨੇ ਉਹਨਾਂ ਵਾਸਤੇ ਕਿੰਨਾ ਔਖਾ 6-6 7-7 ਮਹੀਨੇ ਇੱਥੇ ਵਿੰਟਰ ਰਹਿੰਦੀ ਆ ਉਹ ਕੀ ਕਰਨਗੇ ਠੰਡਾਂ 'ਚ But I just had a friend who took her parents Yeah. to the gym, signed them up, Oh, good. and said, "Apne aap chabi lo, gaddi che jao, and go to the gym." And they're going And they're every going. day. There you go. And they're working out, adha kehta, whatever. They're getting out. They're getting social. Utte apne bande bhi on there, right? So at least they're getting out of the house. Yes. And doing something, Which is huge. which is huge. Yeah. And when they go to the gym, they're getting their dopamine levels high. Yeah. They're feeling good. It's a game changer. It's a game changer. Yeah. Fitness is a big thing. Huge. And we both do it. I mean, You do that's, it too. yeah. I always tell my guys, if you guys could just, the high you're getting from your substance is the same high. What's the runner's high? The runner's high yeah. is your dopamine rush when you're running or exercising. Haven't you ever noticed? And you're exercising, you get this rush. Yeah. It's a rush like no other. And you just feel so good because you're there and you're doing it. That's the high we're getting from these substances. So can we find another way? We all need it. It's biochemistry. We do need it. It's human. ਇਹ ਤਾਂ ਇਨਸਾਨੀਅਤ ਦੇ ਤੌਰ ਤੇ ਜ਼ਰੂਰਤ ਆ ਸੋ ਆਪਾਂ ਕਿਸੇ ਹੋਰ ਤਰੀਕੇ 'ਚ ਇਹਨੂੰ ਭਾਲ ਨਹੀਂ ਸਕਦੇ ਹਨਾ ਸੋ ਇਟਸ ਅਬਾਊਟ ਟੀਚਿੰਗ them that ਕਈਆਂ ਨੂੰ ਤਾਂ ਕੈਮਿਸਟਰੀ ਦਾ ਹੀ ਨਹੀਂ ਪਤਾ ਕਿ ਬਾਡੀ 'ਚ ਕੀ ਚੱਲ ਰਿਹਾ ਆ they don't even know that they're getting their dopamine levels higher with whatever they're using so you teach them that and then say okay you like that feeling how can we get you that feeling in another way Yeah. But other way to, it's just honestly speaking, a lot of it is laziness. of course
Yeah. A lot of it. Right? It's a lifestyle change. It goes back It's to way आदत. easier to do drugs Isn't it than it easier is to to- अपना phone करो ते मेरी तू इत्थे ले आ फीम ते मैं इत्थे बैठा ते मैं खा लेना जिम जाओ कपड़े पाओ कोशिश करो जिम दे विच कोशिश तो होनी है It's interesting though because even just on social media then you can see ke inna influence hai, right? Everybody wants to look good. But apne Punjabi now, if you go to the good life here, it's full of Punjabis. Yeah. Right? So there is some is effort a there. niche, there is a But population. they're going to the gym and then at the same time Yeah. they're doing the other stuff. Yeah. But so don't they correlate the two? Like Yeah. that's Just affecting cancels. my health. Yeah. I'm working on my health. Yeah. Fir main ek kam karna hai. It's the total opposite. Opposite. Yeah. Again, just lack of sort of the connection, right? It's about looking good but not really thinking about what you're putting in your body. Yeah. है ना Yeah. ਇਹ ਸੋਚਦੇ ਨੇ ਕਿ ਬਾਡੀ ਦੇ ਵਿੱਚ ਜੋ ਮਰਜ਼ੀ ਪਾਈ ਜਾਓ ਉਹ ਐਕਸੈਪਟ ਕਰੀ ਜਾਊਗੀ ਐ ਨਹੀਂ ਹੁੰਦਾ And as long as I work out, जब मैं workout ਉਹ करूँगा, cancel ਕਰ ਦੂਗਾ it'll cancel out. no It's no laughable actually. It is laughable because ਉਹਨਾਂ ਨੂੰ ਪਤਾ ਨਹੀਂ ਹੈ ਕਿ ਉਹ ਸਰੀਰ ਮੈਟਾਬੋਲਿਜ਼ਮ ਕੀ ਕਰ ਰਿਹਾ they don't know ਕਿ ਸ਼ਰਾਬ ਕਿੱਦਾਂ ਮੈਟਾਬੋਲਾਈਜ਼ ਹੋ ਰਹੀ ਆ ਨਸ਼ੇ ਕਿੱਦਾਂ ਮੈਟਾਬੋਲਾਈਜ਼ ਹੋ ਰਹੇ ਨੇ they don't realize that so that's why they're just like ਜਿਮ ਚਲ ਜੋ ਸਾਰਾ ਕੁਝ ਕੈਨਸਲ ਹੋ ਜਾਊਗਾ Right. ਐ ਥੋੜੀ ਹੁੰਦਾ Right. so again it's about comes down to education educational seminars we were just talking about that right like what kind of seminars can we do to kind of give people education about this create a platform where people can come like we're doing right be able to talk about these issues that are really plaguing our young generation that's either come from India born and raised here doesn't matter they are this generation of our people Right. Punjabi right they either speak Punjabi or they're of that culture or whatever, going into Sikhi, all that. But it comes down to sort of preserving. I always like to talk about what's Punjabis at their core, right? Right. What does it mean to be a Punjabi? We can talk about that for an hour, right? Yeah. What does it mean to be a Punjabi? So what is that core about? And going back to that. Because I feel like a lot of us have lost that. And it doesn't always have to be because nashe wale patient ne wo cheez lose kiti hai. There are other ways that we have lost that. So how can we come back to that? And that's kind of where you get into like self-reflection, right? Sure. And offering people that, right? Okay. So right now ਤੁਹਾਡੀ clinic ਜਿਵੇਂ ਹੁਣ ਤੁਹਾਡੀ clinic ਤੁਸੀਂ help ਕਰ ਰਹੇ ਹੋ what are the because obviously I want the audience to know there are ways is there ways to get on the right track what would I you mean I'm recommend? just one. I feel like I'm just one source. Now I'm a point source for a lot of people because I don't think so the thing is you have to look at the cost, right? Manitoba healthcare ਨੂੰ cover ਕਰਦੀ ਆ okay ਸੋ ਪ੍ਰਾਈਵੇਟ ਕਾਉਂਸਲਿੰਗ ਨੇ ਦੂਜੀਆਂ ਚੀਜ਼ਾਂ ਸੈਕੰਡਰੀ ਹੈਲਥ ਇੰਸ਼ੋਰੈਂਸਿਸ ਕਵਰ ਕਰਦੀਆਂ ਨੇ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਬਟ ਸਿਸਟਮ ਇਸ ਤਰ੍ਹਾਂ ਦਾ ਬਣਿਆ ਆ ਮੈਨੀਟੋਬਾ ਹੈਲਥ ਨੂੰ ਟੈਕਨੀਕਲੀ ਇਹ ਚੀਜ਼ਾਂ ਕਵਰ ਕਰਨੀਆਂ ਚਾਹੀਦੀਆਂ ਨੇ ਬਿਕਾਜ਼ ਇਨਸਾਨਾਂ ਨੂੰ ਜ਼ਰੂਰਤ ਆ ਨਾਟ ਜਸਟ ਪੰਜਾਬੀ ਐਵਰੀਬਡੀ ਕਿਸੇ ਨਾ ਕਿਸੇ ਹੱਦ ਤੱਕ ਹਰ ਇਨਸਾਨ ਨੂੰ ਕਾਉਂਸਲਿੰਗ ਦੀ ਜ਼ਰੂਰਤ ਆ ਐਂਡ ਸੋ ਮੈਂ ਐਕਸੈਸ ਪੁਆਇੰਟ ਜ਼ਰੂਰ ਆ ਐਂਡ ਮੈਂ ਤੁਹਾਨੂੰ ਵਧੇ ਐਕਸੈਸ ਪੁਆਇੰਟਸ ਵੀ ਦੇ ਸਕਦੀ ਆ ਦੈਟਸ ਵਾਟ ਆਈ ਵੁੱਡ ਸੇ okay I have a good access point and then I can connect you to all sorts of other access points. And ਜੇ ਮੇਰੇ ਕੋਲ connection ਨਹੀਂ ਹੈਗਾ ਫਿਰ ਆਪਾਂ ਉਹ connection ਲੱਭਾਂਗੇ ਸੋ ਸਾਡੇ ਵੱਲੋਂ ਨਾ ਨਹੀਂ ਆ ਬਿਕਾਜ਼ ਅਲਟੀਮੇਟਲੀ ਦੇਖੋ ਸਾਡੇ ਘਰਾਂ 'ਚ ਵੀ ਨਸ਼ੇ ਨੇ ਆਪਾਂ ਵੀ ਪਿੱਛੋਂ ਨਸ਼ੇ ਦੇਖੇ ਨੇ ਖੁਦ ਦੇ ਘਰਾਂ 'ਚ ਇਨ ਪੰਜਾਬ ਸੋ ਆਈ ਫੀਲ ਲਾਈਕ ਆਪਾਂ ਇਹੋ ਹੀ ਸੋਚਦੇ ਹਾਂ ਕਿ ਉਸ ਘਰ 'ਚ ਕਿਸੇ ਦਾ ਮਾਮਾ ਚਾਚਾ ਤਾਇਆ ਕਜ਼ਨ ਆ ਸਾਡੇ ਵਾਸਤੇ ਉਹ ਵੀ ਉਹੀ ਪਰਿਵਾਰ ਦਾ ਮੈਂਬਰ ਆ ਜੋ ਕਿ ਮੈਂ ਗਵਾਇਆ ਆ ਸੋ ਜੇ ਮੈਂ ਇਹ ਸੋਚ ਕੇ ਚੱਲਾਂ ਫਿਰ ਆਪਾਂ ਉਸ ਇਨਸਾਨ ਦਾ ਇਲਾਜ 100% ਤੱਕ ਕਰਾਂਗੇ ਇਹ ਤਾਂ ਸਾਡੇ ਵੱਲੋਂ ਇੱਕ ਹਿਸਾਬ ਦੀ ਸ਼ੋਰਟੀ ਲਓ ਤੁਸੀਂ that I feel like ਕਿ ਸਾਡੇ ਕੋਲ ਇਨਸਾਨ ਹੋਣਗੇ ਨਾ ਤੇ ਆਪਾਂ ਉਹਨਾਂ ਨੂੰ ਰਾਹ ਦਿਖਾ ਸਕਦੇ ਹਾਂ for sure. And it's good a resource ਹੈਗੀ ਹੈ right so Yeah, and there's lots more. Like I said, Punjabi Community Health Services, PCHS, just launched in Winnipeg. It's a great organization. They have chapters all across the country. They finally have a chapter in Winnipeg. They're doing some great stuff right now. They're doing tons of outreach programs. They just did a parenting workshop. And we can speak to that at some point too. What's that called again, sorry? Punjabi Community Health Services, PCHS. PCHS Winnipeg is not limited to Punjabis. They're offering services in different languages to all communities so that we can, again, help with social work and welfare and creating just, again, more access to all these different platforms that people need. maybe we'll connect with those that organization and Yeah, then and it's not limited, that way we right? can link him down below or something because Sure. I'm sure maybe audience will want to Absolutely, be able to get access to them right Absolutely. They're a great organization for that because I'm one point person, but organizations where there's multiple people involved are obviously a larger platform than just me being one person, right? for sure Yeah. wow that's a whole conversation You want Yeah, to it talk was. about It was the good. Yeah. next episodes?
Want to talk about that? Yeah, so ਅੱਜ ਦੇ ਜਿਵੇਂ ਹੁਣ ਆਪਾਂ basically starting ਹੈ, right? Yeah. So ਸ਼ੁਰੂਆਤ ਹੀ ਹੈ because these conversations ਜਿਹੜੀ especially on addiction ਇਹ conversation ਕਿੰਨੇ ਆਪਾਂ as we're talking ਕਿੰਨੇ ਹੋਰ topics ਆ ਗਏ ਵਿੱਚ ਹਾਂ so if we wanted to ਆਪਾਂ ਪੂਰਾ ਦਿਨ ਇੱਥੇ ਬਹਿ ਕੇ ਗੱਲਾਂ ਬਾਤਾਂ ਕਰ ਸਕਾਂਗੇ right but ਕਿਉਂਕਿ ਆਪਾਂ ਇਸ ਪੋਡਕਾਸਟ ਨੂੰ ਐਜੂਕੇਸ਼ਨਲੀ ਬਣਾਉਣਾ ਹੈ ਕਿ ਦੂਜਿਆਂ ਨੂੰ ਹਰ ਚੀਜ਼ ਦੇ ਹਰ ਟੌਪਿਕ ਦੇ ਉੱਤੇ ਪੁਆਇੰਟ ਹੋਵੇ ਸੋ ਆਪਾਂ ਫੋਕਸ ਕਰਾਂਗੇ ਬਿਕੋਜ਼ ਆਲਵੇਜ਼ we would love to have her back right Absolutely, yeah. so ਤਾਂ ਆਪਾਂ ਦੋ ਤਿੰਨ different I think the plan is ਕਿ ਵੀ ਦੋ ਤਿੰਨ different segments ਕਰਕੇ sure each segment ਦੇ ਵਿੱਚ ਜਿਹੜੀ ਆਪ overall ਜਿਹੜਾ objective ਹੈ addictions ਦਾ ਉਹਦੇ ਵਿੱਚੋਂ ਆਪਾਂ ਜਿਹੜੇ smaller topics ਨੇ ਜਿਵੇਂ ਕਿ women's health sure right abortion is a big one apne Punjabi community weddings is a big one Yeah. so we'll touch on those on separate each segment ek segment karke and that way we can be able to talk about it in the full access of it sure that's good that sounds really good sounds okay yeah Sounds perfect. Yeah. thanks but wow so aaj the jeri conversation hi kalli ਆਪਾਂ ਤੇ 2-3 ਘੰਟੇ ਦੇ ਹੋ ਗਏ ਮੈਂ yeah of course yeah Yeah. it's a really good podcasting episode is not easy Good no job. but it was but good 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 job, topics Sydney. Very nice. yeah Yeah, ਮੈਨੂੰ ਬਹੁਤ no. ਵਧੀਆ ਲੱਗਾ ਤੁਸੀਂ killed it I learned so much ਮੈਂ ਬੈਠਾ ਆਪਾਂ ਗੱਲਾਂ ਬਾਤਾਂ ਕਰ ਰਹੇ and my whole point is ਕਿ ਮੈਂ ਸਿੱਖਣਾ ਹੋਵੇ ਤੁਹਾਡੇ ਤੋਂ right so just learning and just listening to this and my brother ਉੱਥੇ ਬੈਠਾ ਉਹ ਵੀ ਸੁਣ ਰਿਹਾ ਹੋਵੇ right hopefully he'll listen to it because he's still younger he's the youngest out of us He's gonna be editing. yeah ਸਾਰਾ ਤਾਂ ਛੋਟਾ ਹੀ ਹੈ right so hopefully yeah and that's so I thank you so much yeah thanks for Yeah, having me. great first episode. It's so Yeah. good yeah Really fun. cool. Really Got the nerves out of the way a little bit. right Yeah. thoda it comfortable flowed with that yeah Yeah, it's it starting to flowed. flow that conversation flowed so that was good That's good. so ਅੱਜ ਆਪਾਂ ਇੱਥੇ end ਕਰਦੇ That's ਹਾਂ it, Ken. Sure. Thank you so much. Thanks, so guys. I'll just do the outro quickly could be everybody like subscribe follow so our And then podcast tag is, tag Punjabi Doc in there oh too. yeah yes sure. Your so Instagram. So sorry description which Dr. G is going to be tagged in all the other so you could reach out or not yeah for That sure way? absolutely and you post our picture, like do a post. yeah And then whatever Yeah. you want to say. that'll be good We'll do a I'll picture. We have to do a picture. yeah yeah we got to do a we'll picture that. yeah other than that I don't have anything else to No, say thanks, This is Ken. good? No, Yeah? I'm fine. Good good thanks I'm all tired right too. It's energy talking. It you know? is. I wasn't even talking. it is yeah it Okay. takes a lot okay we'll take photo hello bye bye have a good night